Yes, please. Good morning, sir. Good morning, Ji. Good morning, sir. Good morning. Good morning. Good morning, everyone. Today we will discuss NAFSILA examination paper number 1. ਅਸੀਂ ਪੜ੍ਹਦੇ ਸੀ ਸੈਟਲਮੈਂਟ ਮੈਨੂਅਲ। ਸੈਟਲਮੈਂਟ ਮੈਨੂਅਲ ਤੁਹਾਡੇ ਸਿਲੇਬਸ ਦੇ ਵਿੱਚ ਸੀਗੇ ਅਪੈਂਡਿਕਸ 7, 8, 9 ਐਂਡ 21। 7, 8, 9 ਜਿਹੜੀਆਂ ਅਪੈਂਡਿਕਸ ਸੀਗੀਆਂ ਅਸੀਂ ਪੜ੍ਹ ਚੁੱਕੇ ਸੀ ਰੈਲੀਵੈਂਟ ਵਿਦ ਦਾ ਰੀਮੇਜਰਮੈਂਟ ਆਫ ਦਾ ਲੈਂਡ। ਰੀਮੇਜਰਮੈਂਟ ਜਾਣੀ ਕਿ ਜਿਹੜਾ ਇਹ ਸੈਟਲਮੈਂਟ ਹੁੰਦੀ ਹੈ ਇਹ ਲਗਭਗ 100 ਸਾਲ ਬਾਅਦ, 150 ਸਾਲ ਬਾਅਦ, 200 ਸਾਲ ਬਾਅਦ ਹੁੰਦੀ ਹੈ। ਆਪਣੇ ਟਾਈਮ ਦੇ ਵਿੱਚ ਤਾਂ ਸੈਟਲਮੈਂਟ ਮੈਂ ਦੇਖੀ ਨਹੀਂ ਹੁੰਦੀ ਕਿਸੇ ਵੀ ਵੇਲੇ, ਠੀਕ ਹੈ, ਪਰ ਹਿਮਾਚਲ ਦੇ ਵਿੱਚ ਸੈਟਲਮੈਂਟ ਹੋ ਰਹੀ ਹੈ। ਤੇ ਹੁਣ ਆਪਣੇ ਪੰਜਾਬ ਦੇ ਵਿੱਚ ਸੈਟਲਮੈਂਟ ਕਦੋਂ ਹੋਏਗੀ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। 150 ਸਾਲ ਨੂੰ ਹੋਣੀ ਹੈ, 40 ਸਾਲ ਨੂੰ ਹੋਣੀ ਹੈ, ਠੀਕ ਹੈ। ਇਹ ਸੈਟਲਮੈਂਟ ਦੇ ਸੰਬੰਧ ਵਿੱਚ ਜਿਹੜਾ ਆਪਣਾ ਸੈਟਲਮੈਂਟ ਮੈਨੂਅਲ ਹੈਗਾ ਉਹਦੀਆਂ ਕੁਝ ਅਪੈਂਡਿਕਸਸ ਹੈਗੀਆਂ ਨੇ ਜਿਹਦੇ ਵਿੱਚ ਸਾਨੂੰ ਪ੍ਰੋਸੀਜਰ ਵਗੈਰਾ ਦੱਸੇ ਗਏ ਹੈਗੇ ਆ ਵੀ ਕਿਵੇਂ ਕਿਵੇਂ ਕੀਤੇ ਜਾਣੇ ਆ। ਸੈਕਸ਼ਨ ਜਿਹੜੀਆਂ ਅਪੈਂਡਿਕਸ 7, 8, 9 ਸੀਗੀਆਂ ਉਹ 'ਚ ਦੱਸਿਆ ਸੀ ਵੀ ਜੇ ਕਿਸੇ ਪਿੰਡ ਦੀ ਮੇਜਰਮੈਂਟ ਦੁਬਾਰਾ ਕਰਨੀ ਪਵੇ ਸੈਟਲਮੈਂਟ ਦੇ ਟਾਈਮ ਦੇ ਵਿੱਚ, ਜਦੋਂ ਕਿਸੇ ਪਿੰਡ ਨੂੰ ਰੀਸੈਟਲਮੈਂਟ ਹੋਣੀ ਹੈ ਪਿੰਡ ਦੀ, ਮੰਨ ਲਓ 100 ਸਾਲ ਪਹਿਲਾਂ ਜਾਂ 150 ਸਾਲ ਪਹਿਲਾਂ ਸੈਟਲਮੈਂਟ ਹੋਈ ਸੀ, ਉਸ ਤੋਂ ਬਾਅਦ ਹੁਣ ਜਿਹੜਾ ਰਿਕਾਰਡ ਹੈਗਾ ਇੰਨਾ ਮਤਲਬ ਕਿ ਅਪਸੈਟ ਹੋ ਚੁੱਕਿਆ ਹੈ ਤੇ ਮੌਕੇ ਦੇ ਨਾਲ ਰਿਕਾਰਡ ਮੇਲ ਨਹੀਂ ਖਾਂਦਾ, ਠੀਕ ਹੈ। ਮੌਕੇ ਦੇ ਨਾਲ ਰਿਕਾਰਡ ਮੇਲ ਨਹੀਂ ਖਾਂਦਾ। ਤਦ ਕੀ ਹੁੰਦੀ ਹੈ ਸੈਟਲਮੈਂਟ ਦੇ ਵਿੱਚ, ਦੋ ਤਰ੍ਹਾਂ ਦੀ ਸੈਟਲਮੈਂਟ ਦੇ ਵਿੱਚ ਦੋ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਨੇ। ਸੈਟਲਮੈਂਟ ਦੇ ਵਿੱਚ ਇੱਕ ਤਾਂ ਰੀਮੇਜਰਮੈਂਟ ਹੁੰਦੀ ਹੈ, ਜਿਵੇਂ ਕਿਸੇ ਪਿਛਲੇ ਪਾਸੇ ਪਹਿਲੀ ਅਪੈਂਡਿਕਸ 7 ਚ ਪੜ੍ਹਿਆ ਸੀ, 7, 8, 9 ਪੜ੍ਹਿਆ ਸੀਗਾ। ਰੀਮੇਜਰਮੈਂਟ ਹੁੰਦੀ ਹੈ ਮਤਲਬ ਕਿ ਪੂਰੇ ਖੇਤਾਂ ਦੀ ਮਿਣਤੀ ਦੁਬਾਰਾ ਹੁੰਦੀ ਹੈ, ਨਵੇਂ ਸਿਰੇ ਤੋਂ ਫੀਲਡ ਬੁੱਕ ਬਣਾਈ ਜਾਂਦੀ ਹੈ। ਮੌਕੇ ਤੇ ਜਾ ਕੇ ਖੇਤਾਂ ਦੇ ਵਿੱਚ ਪਹਿਲਾਂ, ਉਸ ਤੋਂ ਪਹਿਲਾਂ ਜਿਹੜਾ ਰਿਕਾਰਡ ਹੈਗਾ ਉਹਨੂੰ ਅਪਡੇਟ ਕੀਤਾ ਜਾਂਦਾ ਹੈ। ਜਿੰਨੇ ਵੀ ਇੰਤਕਾਲ ਵਗੈਰਾ ਹੋਏ ਹੁੰਦੇ ਨੇ ਜਮਾਉਂਦੀ ਦੇ ਵਿੱਚ ਅਪਡੇਸ਼ਨ ਕਰਕੇ ਉਹਦੀ ਖਤੌਨੀ ਬਣਾਈ ਜਾਂਦੀ ਹੈ। ਖਤੌਨੀ ਇਸਤੇਮਾਲ ਦੀ ਤਰ੍ਹਾਂ ਖਤੌਨੀ ਬਣਾਈ ਜਾਂਦੀ ਹੈ, ਖਤੌਨੀ ਪੈਮਾਇਸ਼ ਨੂੰ ਕਹਿ ਦਿੰਦੇ ਹਾਂ, ਠੀਕ ਹੈ। ਫਿਰ ਮੌਕੇ ਤੇ ਜਾ ਕੇ ਇਕੱਲੇ ਇਕੱਲੇ ਫੀਲਡ ਦੀ ਪੈਮਾਇਸ਼ ਕਰਕੇ ਫੀਲਡ ਬੁੱਕ ਤਿਆਰ ਕੀਤੀ ਜਾਂਦੀ ਹੈ। ਫੀਲਡ ਬੁੱਕ ਜਦੋਂ ਤਿਆਰ ਹੋ ਜਾਂਦੀ ਹੈ ਫਿਰ ਅਸੀਂ ਉਹ ਖਤੌਨੀਆਂ ਨਵੇਂ ਸਿਰੇ ਤੋਂ ਬਣਾਉਂਦੇ ਹਾਂ, ਠੀਕ ਹੈ। ਫਿਰ ਉਸ ਤੋਂ ਬਾਅਦ ਜਮਾਬੰਦੀ ਤਿਆਰ ਕੀਤੀ ਜਾਂਦੀ ਹੈ। ਇਹ ਤਾਂ ਹੁੰਦੀ ਹੈ ਰੀਮੇਜਰਮੈਂਟ। ਹੁਣ ਇਹ ਜਿਹੜੀ ਤੁਹਾਡੀ ਅਪੈਂਡਿਕਸ 21 ਹੈਗੀ ਹੈ, ਇਟ ਇਜ਼ ਰਿਲੇਟਡ ਵਿਦ ਸੈਟਲਮੈਂਟ ਮੈਨੂਅਲ ਦੇ ਜਿਹੜਾ ਪੈਰਾਗ੍ਰਾਫ ਹੈਗਾ 222 ਪੈਰਾ ਨਾਲ ਸੰਬੰਧਿਤ ਹੈਗੀ ਹੈ। ਇਹਦੇ ਵਿੱਚ ਇਹ ਕਿਹਾ ਗਿਆ ਵੀ ਜੇ ਰੀਸੈਟਲਮੈਂਟ ਕਰਨ ਵੇਲੇ ਜੇਕਰ ਰਿਕਾਰਡ ਦੇ ਵਿੱਚ ਕੁਛ ਇੰਨੀਆਂ ਖਾਮੀਆਂ ਨਹੀਂ ਹੈਗੀਆਂ ਤਾਂ ਰੀਮੇਜਰਮੈਂਟ ਤੋਂ ਬਚਿਆ ਜਾ ਸਕਦਾ ਹੋਵੇ, ਜੇ ਤਾਂ ਕਰੈਕਸ਼ਨਸ ਆਫ ਦਾ ਰਿਕਾਰਡ, ਕਰੈਕਸ਼ਨ ਆਫ ਦਾ ਮੈਪ ਕਰ ਲਈ ਜਾਂਦੀ ਹੈ। ਕਰੈਕਸ਼ਨਸ ਆਫ ਦਾ ਮੈਪ ਕਰ ਲਈ ਜਾਂਦੀ ਹੈ, ਯਾਨੀ ਕਿ ਕਰੈਕਸ਼ਨ ਕਰਨ ਤੇ ਜਿਹੜਾ ਸਮਾਂ ਹੈਗਾ ਬਹੁਤ ਘੱਟ ਲੱਗਦਾ ਹੈ, 25% ਟਾਈਮ ਮੇ ਵੀ ਕੰਜ਼ਿਊਮਡ, ਠੀਕ ਹੈ। ਰੀਮੇਜਰਮੈਂਟ ਤੇ ਜਿਹੜਾ ਸਮਾਂ ਲੱਗਦਾ ਜੇ ਮਹੀਨਾ ਲੱਗਦਾ ਤਾਂ ਹੋ ਸਕਦਾ ਕਰੈਕਸ਼ਨ ਜਿਹੜੀ ਹੈਗੀ ਹੈ ਸਾਡੀ ਲੱਠੇ ਦੀ ਤਾਂ 7 ਦਿਨ ਦੇ ਵਿੱਚ ਅਸੀਂ ਕਰ ਸਕਦੇ, ਕੰਪਲੀਟ ਕਰ ਸਕਦੇ ਹੋਈਏ। ਇਸ ਕਰਕੇ ਇਹ ਹੈਗਾ ਜਿਹੜਾ ਅਪੈਂਡਿਕਸ ਹੈਗੀ ਹੈ, ਇਹ ਹੈਗੀ ਹੈ ਕਰੈਕਸ਼ਨ ਦੇ ਸੰਬੰਧ ਵਿੱਚ ਵੀ ਕਦੋਂ ਕਰੈਕਸ਼ਨ ਕੀਤੀ ਜਾ ਸਕਦੀ ਹੈ ਕਿਸੇ ਪਿੰਡ ਦੀ ਲੱਠੇ ਦੀ ਤੇ ਰੈਵਨਿਊ ਰਿਕਾਰਡ ਦੀ, ਤੇ ਕਦੋਂ ਰੀਮੇਜਰਮੈਂਟ ਦੀ ਲੋੜ ਪੈਂਦੀ ਹੈਗੀ ਹੈ, ਇਹ ਦੱਸਿਆ ਗਿਆ ਇਹਦੇ ਵਿੱਚ। ਜਿਵੇਂ ਇੰਸਟਰਕਸ਼ਨਸ ਫਾਰ ਬ੍ਰਿੰਗਿੰਗ ਅਪ ਟੂ ਡੇਟ ਐਟ ਰੀਸੈਟਲਮੈਂਟ ਦਾ ਫੀਲਡ ਮੈਪ ਆਫ ਦਾ ਪ੍ਰੀਵੀਅਸ ਸੈਟਲਮੈਂਟ, ਜਿਹੜਾ ਪ੍ਰੀਵੀਅਸ ਸੈਟਲਮੈਂਟ ਜਿਹੜੀ ਹੈਗੀ ਸੀਗੀ ਉਸ ਮੈਪ ਨੂੰ ਅਸੀਂ ਕਿਵੇਂ ਸੈੱਟ ਕਰ ਸਕਦੇ ਹਾਂ ਵਿਦਆਊਟ ਰੀਕੋਰਸ ਟੂ ਰੀਮੇਜਰਮੈਂਟ, ਬਿਨਾਂ ਦੁਬਾਰਾ ਮਿਣਤੀ ਕਰੇ ਕਿ ਜਿਹੜਾ ਪਿਛਲਾ ਮੈਪ ਹੈਗਾ, ਪਿਛਲੀ ਸੈਟਲਮੈਂਟ ਦਾ ਜਿਹੜਾ ਮੈਪ ਹੈਗਾ ਉਸਨੂੰ ਅਸੀਂ ਮਤਲਬ ਕਿ ਇੱਦਾਂ ਦੀ ਪੋਜੀਸ਼ਨ 'ਚ ਲੈ ਕੇ ਆ ਸਕਦੇ ਹਾਂ ਵੀ ਇਹ ਤੋਂ ਅਸੀਂ ਕੰਮ ਚਲਾਇਆ ਜਾ ਸਕੇ, ਅੱਗੇ ਜਾ ਕੇ ਸਾਨੂੰ ਲੋੜ ਨਾ ਪਵੇ ਦੁਬਾਰਾ ਮੇਜਰਮੈਂਟ ਕਰਨ ਦੀ ਖੇਤਾਂ ਦੀ। ਜਿਵੇਂ ਕਿ ਇਹਦਾ ਪੈਰਾ ਨੰਬਰ 1 'ਚ ਕੀ ਕਿਹਾ ਗਿਆ, ਆਲ ਦਾ ਡਿਸਟ੍ਰਿਕਟਸ ਇਨ ਦਾ ਪੰਜਾਬ ਹੈਵ ਨਾਓ ਬੀਨ ਰਿਪੀਟਡਲੀ ਸੈਟਲਡ। ਜਦੋਂ ਇਹ 87 ਦੀਆਂ ਗੱਲਾਂ ਕਰ ਰਹੇ ਨੇ ਉਸ ਵੇਲੇ ਸੈਟਲਮੈਂਟ ਹੋ ਰਹੀ ਸੀਗੀ, ਠੀਕ ਹੈ। ਸਾਰੇ ਪਿੰਡਾਂ ਦੀ ਦੁਬਾਰਾ ਸੈਟਲਮੈਂਟ ਹੋ ਰਹੀ ਹੋਣੀ ਉਸ ਵੇਲੇ ਦੀ ਗੱਲ ਕੀਤੀ ਗਈ ਹੈ ਵੀ ਆਲ ਦਾ ਡਿਸਟ੍ਰਿਕਟ ਇਨ ਦਾ ਪੰਜਾਬ ਹੈਵ ਨਾਓ ਬੀਨ ਰਿਪੀਟਡਲੀ ਸੈਟਲਡ ਐਂਡ ਹੈਵ ਬੀਨ ਫਰਨਿਸ਼ਡ ਵਿਦ ਵਿਲੇਜ ਫੀਲਡ ਮੈਪਸ। ਪਿੰਡਾਂ ਦੇ ਜਿਹੜੇ ਫੀਲਡ ਦੇ ਮੈਪ ਸੀਗੇ ਇਨ ਮੈਨੀ ਡਿਸਟ੍ਰਿਕਟਸ ਹੈਵ ਬੀਨ ਪ੍ਰਪੇਅਰਡ ਔਨ ਦਾ ਸਕੁਅਰ ਸਿਸਟਮ, ਜਿਵੇਂ ਕਿ ਚੱਕਬੰਦੀ ਕਰਕੇ, ਠੀਕ ਹੈ, ਸਕੁਅਰ ਸਿਸਟਮ ਦੇ ਵਿੱਚ ਜਿਹੜੇ ਮੈਪ ਸੀ ਤਿਆਰ ਕੀਤੇ ਜਾ ਰਹੇ ਸੀਗੇ ਉਸ ਵੇਲੇ। ਦਾ ਰਿਕਾਰਡ ਆਫ ਰਾਈਟਸ ਬੇਸਡ ਔਨ ਥੀਸ ਮੈਪਸ, ਜਦੋਂ ਮੈਪ ਤਿਆਰ ਹੁੰਦਾ ਹੈ, ਮੈਪ ਤਿਆਰ ਹੋਣ ਤੋਂ ਬਾਅਦ ਹੀ ਫੀਲਡ ਬੁੱਕ ਬਣਨ ਤੋਂ ਬਾਅਦ ਵੀ ਜਿਹੜਾ ਹੈਗੀ ਜਮ੍ਹਾਂ ਹੁੰਦੀ ਤਿਆਰ ਬਣਦੀ ਹੈ, ਰਿਕਾਰਡ ਆਫ ਰਾਈਟਸ ਤਿਆਰ ਹੁੰਦਾ ਹੈਗਾ, ਪਹਿਲਾਂ ਫੀਲਡ ਬੁੱਕ ਤਿਆਰ ਹੁੰਦੀ ਹੈ ਮੌਕੇ ਦੀ। The record of rights based on these maps have been maintained since 1887 on the system then introduced
along with the Land Revenue Act। ਉਸ ਵੇਲੇ Land Revenue Act ਵੀ 1887 ਚ ਬਣਿਆ, ਠੀਕ ਹੈ। ਉਸ ਵੇਲੇ ਮਿੰਤੀਆਂ ਕਰਕੇ ਸਕੁਐਰ ਸਿਸਟਮ ਦੇ ਵਿੱਚ ਦੁਬਾਰਾ ਮਿੰਤੀ ਕਰਕੇ ਕਿ ਜਿਹੜੇ ਮਰਬੇ ਬਣਾਏ ਗਏ ਸੀਗੇ, ਚਾਹੇ ਉਹ ਬਿੱਗੀ ਵਿਸਮੈਚ ਸੀਗੇ, ਚਾਹੇ ਉਹ ਕਨਾਮ ਮਰਲਿਆਂ ਦੇ ਵਿੱਚ ਸੀਗੇ, ਠੀਕ ਹੈ। ਉਹ ਸਕੁਐਰ ਬਣਾ ਕੇ ਫਿਰ ਉਸ 'ਚ ਕਿੱਲੇਬੰਦੀ ਕੀਤੀ ਗਈ। ਉਸ ਵੇਲੇ ਉਸ ਤੋਂ ਬਾਅਦ ਇਹ ਮਿੰਤੀ ਕਰਨ ਤੋਂ ਬਾਅਦ ਫਿਰ ਜਮ੍ਹਾਂ ਹੁੰਦੀਆਂ ਤਿਆਰ ਹੋਈਆਂ। ਦ ਫਸਟ ਥਿੰਗ settlement officer now has to consider therefore it to what extent he can for his special revision of the record of rights। special revision for the record of rights utilize the existing map। ਜਿਹੜਾ ਪੁਰਾਣਾ ਮੈਪ ਹੈਗਾ ਉਸ ਨੂੰ ਯੂਟਿਲਾਈਜ਼ ਕਰਕੇ ਕੀ ਰਿਵੀਜ਼ਨ ਕੀਤੀ ਜਾ ਸਕਦੀ ਹੈ, ਇਹ ਦੇਖਣਾ ਹੈਗਾ ਸੈਟਲਮੈਂਟ ਆਫੀਸਰ ਨੇ। ਵਿਦ ਦ ਹੈਲਪ ਆਫ ਦਾ ਪਟਵਾਰੀ ਕਾਨੂੰਗੋ ਨੈਫਸੀਲਦਾਰ ਐਂਡ ਰਿਕਾਰਡਸ ਵਿਦਾਊਟ ਰਿਸੋਰਟਿੰਗ ਟੂ ਸਰਵੇ। ਬਿਨਾਂ ਸਰਵੇ ਕੀਤੇ ਕੀ ਰਿਕਾਰਡ ਨੂੰ ਦੁਬਾਰਾ ਸੋਧਿਆ ਜਾ ਸਕਦਾ ਹੈ ਸੈਟਲਮੈਂਟ ਕਰਨ ਦੇ ਮਕਸਦ ਦੇ ਲਈ। ਇੱਥੇ ਮਤਲਬ ਕਿ ਗੱਲ ਕੀਤੀ ਗਈ ਹੈ। ਇਨ ਡਿਸਾਈਡਿੰਗ ਦਿਸ ਕੁਐਸਚਨ ਹੀ ਸ਼ੁੱਡ ਰਿਮੈਂਬਰ ਦੈਟ ਵਾਟ ਇਜ਼ ਦ ਰਿਕੁਆਇਰਡ is to give the people a map and record। ਸਾਡੇ ਕੀ ਸਾਡੇ ਡਿਪਾਰਟਮੈਂਟ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਵੀ ਲੋਕਾਂ ਨੂੰ, ਪਿੰਡ ਦੇ ਲੋਕਾਂ ਨੂੰ ਮੈਪ ਦੇਣਾ, ਤਾਂ ਕਿ ਮੈਪ ਦੇਖ ਕੇ ਆਪਣੇ ਖੇਤਾਂ ਨੂੰ ਉਹ ਆਇਡੈਂਟੀਫਾਈ ਕਰ ਸਕਣ। ਮੈਪ ਐਂਡ ਰਿਕਾਰਡ ਆਫ ਸਫੀਸ਼ੀਐਂਟਲੀ ਐਕੂਰੇਟ ਫਾਰ ਦੇਅਰ ਨੀਡਸ, ਉਹਨਾਂ ਦੀਆਂ ਲੋੜਾਂ ਦੇ ਮੁਤਾਬਕ ਉਹਨਾਂ ਦਾ ਜਿਹੜਾ ਰਿਕਾਰਡ ਹੈਗਾ ਪਬਲਿਕ ਦਾ ਇਹ ਰਿਕਾਰਡ ਹੁੰਦਾ ਜਮ੍ਹਾਂਬੰਦੀ ਪਬਲਿਕ ਦੇ ਸੰਬੰਧ ਵਿੱਚ ਵੀ, ਕੀ ਜਮ੍ਹਾਂਬੰਦੀ ਦਾ ਦੇਖ ਕੇ ਮੈਪ ਦੇ ਨਾਲ ਦੇਖ ਕੇ ਉਹਨੇ ਆਪਦਾ ਕੋਈ ਕਿੱਲਾ ਲੱਭਣਾ ਕਰਨਾ ਵੀ ਆ ਮੈਂ ਗਹਿਣੇ ਪਾਉਣਾ, ਆ ਮੈਂ ਵੇਚਣਾ ਹੈਗਾ, ਠੀਕ ਹੈ। ਕੀ ਲੋੜ ਲੋਕਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ। These needs may be summed up avoidance of disputes and a means of deciding them promptly when they do arise। a fair distribution, ਕੋਈ ਜ਼ਮੀਨ ਵੰਡਣੀ ਆ, ਉਹਨੇ ਮਾਮਲਾ ਵੰਡਣਾ ਹੈਗਾ, ਲੈਂਡ ਨੂੰ ਵੰਡਣਾ ਹੈਗਾ, ਕੀ ਇਹ ਸਾਰੇ ਮਸਲੇ ਸਾਡਾ ਜਿਹੜਾ ਰਿਕਾਰਡ ਹੈ ਹੱਲ ਕਰਦਾ ਕਿ ਨਹੀਂ ਕਰਦਾ। ਓਵਰ ਦਾ ਹੋਲਡਿੰਗ ਆਫ ਈਚ ਵਿਲੇਜਸ, ਹਰ ਪਿੰਡਾਂ ਦੇ ਵਿੱਚ ਜਿਸ ਪਿੰਡ ਦੀ ਗੱਲ ਕੀਤੀ ਗਈ ਹੈ ਵੀ ਕਿਸੇ ਪਾਰਟੀਕੂਲਰ ਪਿੰਡ ਨੂੰ ਦੁਬਾਰਾ ਰੀਸੈਟਲ ਕਰਨਾ ਹੋਵੇ, ਤਾਂ ਕਿ ਜਿਹੜਾ ਸਾਡਾ ਪਿਛਲਾ ਮੈਪ ਹੈਗਾ, ਪਿਛਲੀ ਸੈਟਲਮੈਂਟ ਦਾ ਮੈਪ ਹੈ, ਉਹ ਸਾਡਾ ਮਸਲਾ ਹੱਲ ਕਰਦਾ ਜਾਂ ਨਹੀਂ ਕਰਦਾ। ਕੀ ਦੁਬਾਰਾ ਫਿਰ ਸਾਨੂੰ ਰੀਮੇਜਰਮੈਂਟ ਕਰਨ ਦੀ ਲੋੜ ਹੈਗੀ ਹੈ, ਜਾਂ ਰੀਮੇਜਰਮੈਂਟ ਕਰਨ ਦੀ ਲੋੜ ਦੀ ਬਜਾਏ ਅਸੀਂ ਨਕਸ਼ੇ ਦੇ ਵਿੱਚ ਕਰੈਕਸ਼ਨ ਕਰਕੇ ਸਾਰ ਸਕਦੇ ਹੈਗੇ ਹਾਂ। ਹੁਣ ਅਗਲਾ ਸਾਡਾ ਹੈਡ ਹੈਗਾ ਦੀ ਚੋਇਸ ਬਿਟਵੀਨ ਰੀਮੇਜਰਮੈਂਟ ਐਂਡ ਰਿਵੀਜ਼ਨ। ਕਿ ਰੀਮੇਜਰਮੈਂਟ ਕਰਨ ਦੀ ਲੋੜ ਹੈਗੀ ਹੈ ਜਾਂ ਰਿਵੀਜ਼ਨ ਕਰਕੇ ਸਰਦਾ ਹੈਗਾ, ਇਹ ਚੋਇਸ ਕਿਵੇਂ ਦੇਖੀ ਜਾ ਸਕਦੀ ਹੈ। ਕਿਸੇ ਪਿੰਡ ਦੀ ਸੈਟਲਮੈਂਟ ਰੀਸੈਟਲਮੈਂਟ ਹੋ ਰਹੀ ਹੈ, ਕਿਵੇਂ ਦੇਖਣਾ ਅਸੀਂ ਵੀ ਇਸ ਪਿੰਡ ਦੀ ਰੀਮੇਜਰਮੈਂਟ ਹੋਵੇ ਜਾਂ ਸਿਰਫ ਕਰੈਕਸ਼ਨਸ ਕੀਤੀਆਂ ਜਾਣ, ਰਿਵੀਜ਼ਨ ਕਰ ਦਿੱਤੀ ਜਾਵੇ ਨਕਸ਼ੇ ਦੇ ਵਿੱਚ। ਦੇਖੋ ਇਹ ਇੰਪੋਰਟੈਂਟ ਸੈਕਸ਼ਨ ਹੈਗਾ, ਪੈਰਾ ਸਾਡਾ ਜਿਹੜਾ ਹੈਗਾ, ਦਾ ਸੈਟਲਮੈਂਟ ਮਸਟ ਬਿਗਨ ਵਿਦ ਐਨ ਐਗਜ਼ਾਮੀਨੇਸ਼ਨ ਆਫ ਦਾ ਐਗਜ਼ਿਸਟਿੰਗ ਮੈਪ। ਸੈਟਲਮੈਂਟ ਜਦੋਂ ਸ਼ੁਰੂ ਹੁੰਦੀ ਹੈ ਸਭ ਤੋਂ ਪਹਿਲਾਂ ਮੈਪ ਦੇਖਿਆ ਜਾਂਦਾ ਪਿੰਡ ਦਾ, ਦੈਟ ਇਜ਼ ਦਾ ਮੈਪ ਆਫ ਈਚ ਸਟੇਟ ਫਾਰਮਿੰਗ ਪਾਰਟ ਆਫ ਦਾ ਰਿਕਾਰਡ ਆਫ ਰਾਈਟਸ। ਸਾਡੇ ਰਿਕਾਰਡ ਦਾ ਮੇਨ ਪਾਰਟ ਹੁੰਦਾ ਹੈ, ਜਿਹੜਾ ਨਕਸ਼ਾ ਹੁੰਦਾ ਹੈ ਮੇਜਰ ਪਾਰਟ ਹੁੰਦਾ ਹੈ। ਸੈਕਸ਼ਨ 31(2) ਦੇ ਵਿੱਚ ਲਿਖਿਆ ਗਿਆ ਲੈਂਡ ਰੈਵਨਿਊ ਐਕਟ ਟੂ ਇਨੇਬਲ ਦਾ ਸੈਟਲਮੈਂਟ ਆਫੀਸਰ ਟੂ ਡਿਸਾਈਡ, ਜੋ ਕਿ ਸਾਡੇ ਸੈਟਲਮੈਂਟ ਆਫੀਸਰ ਨੂੰ ਮਤਲਬ ਕਿ ਦੱਸਦਾ ਹੈਗਾ ਵੀ ਤੁਸੀਂ ਕੀ ਕਰੋ, ਰਿਵੀਜ਼ਨ ਕਰੋ ਜਾਂ ਰੀਮੇਜਰਮੈਂਟ ਕਰੋ। ਨਕਸ਼ੇ ਦੀ ਹਾਲਤ ਦੇਖ ਕੇ ਨਕਸ਼ਾ ਰਿਕਾਰਡ ਨਾਲ ਮੇਲ ਖਾਂਦਾ ਹੈ ਨਹੀਂ ਖਾਂਦਾ, ਮੌਕੇ ਦੇ ਨਾਲ ਮੇਲ ਖਾਂਦਾ ਕਿ ਨਹੀਂ ਖਾਂਦਾ, ਕਿੰਨੇ ਕੁ ਨੰਬਰ ਟੁੱਟ ਚੁੱਕੇ ਹੈ, ਕਿੰਨੇ ਕੁ ਨੰਬਰ ਮੌਕੇ ਦੇ ਨਕਸ਼ੇ ਦੇ ਮੁਤਾਬਕ ਮੌਕੇ ਦੇ ਪਿੰਡ 'ਚ ਹੈਗੇ ਹੈ, ਮੌਕੇ ਦੇ ਮੁਤਾਬਕ ਕੀ ਜੇ ਨਕਸ਼ਾ ਕੁਛ ਹੋਰ ਕਹਿੰਦਾ ਤੇ ਮੌਕੇ ਤੇ ਕੁਛ ਪਤਾ ਹੀ ਨਹੀਂ ਲੱਗਦਾ, ਮੌਕੇ ਦੇ ਖੇਤ ਹੀ ਨਹੀਂ ਬਣੇ ਹੋਏ, ਉੱਦਾਂ ਦੇ ਕੁਛ ਵੀ ਨਹੀਂ ਹੈਗਾ। ਮਤਲਬ ਕਿ ਇਹ ਦੇਖਿਆ ਜਾ ਸਕਦਾ ਵੀ ਨਕਸ਼ਾ ਤਾਂ ਮੌਕੇ ਦੇ ਨਾਲ ਮੈਚ ਕਰਦਾ ਹੀ ਨਹੀਂ, ਨਾ ਕੋਈ ਇਹਦੇ ਮੁਤਾਬਕ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ, ਨਾ ਕੋਈ ਇਸਦੇ ਮੁਤਾਬਕ ਪਿੰਡਾਂ ਦੀ ਪਾਰਟੀਸ਼ਨ ਕੀਤੀ ਜਾ ਸਕਦੀ ਹੈ, ਕੁਛ ਵੀ ਨਹੀਂ ਕੀਤਾ ਜਾ ਸਕਦਾ। ਦਿਸ ਐਗਜ਼ਾਮੀਨੇਸ਼ਨ ਸ਼ੁੱਡ ਬੀ ਡਾਇਰੈਕਟਡ ਟੂ ਦਾ ਪੁਆਇੰਟਸ ਇਨੂਮਰੇਟਡ ਬਿਲੋ। ਕੁਛ ਪੁਆਇੰਟ ਦਿੱਤੇ ਗਏ ਹੈਗੇ ਆ ਜਿਨ੍ਹਾਂ ਨੂੰ ਦੇਖ ਕੇ ਸੈਟਲ ਕਰਕੇ ਅਸੀਂ ਇਸ ਸਿੱਟੇ ਤੇ ਪਹੁੰਚ ਸਕਦੇ ਹਾਂ ਵੀ ਕੀ ਮਿਣਤੀ ਦੁਬਾਰਾ ਹੋਏ ਸਾਰੇ ਪਿੰਡ ਦੀ ਸਿਰੇ ਤੋਂ, ਜਾਂ ਫਿਰ ਇਸੇ ਲੱਠੇ ਦੇ ਮੁਤਾਬਕ ਅਸੀਂ ਕੰਮ ਚਲਾ ਸਕੀਏ। ਇਟ ਸ਼ੁੱਡ ਬੀ ਮੇਡ by the ਪਟਵਾਰੀ in the first instance। ਸਭ ਤੋਂ ਪਹਿਲਾਂ ਪਟਵਾਰੀ ਦਾ ਕੰਮ ਸ਼ੁਰੂ ਹੋ ਜਾਂਦਾ ਹੈ and carefully checked by the ਕਾਨੂੰਗੋ and ਤਹਿਸੀਲਦਾਰ within the village concerned। ਠੀਕ ਹੈ, ਕਿਸੇ ਪਿੰਡ ਨੂੰ ਅਸੀਂ ਦੇਖਣਾ ਹੈਗਾ ਉਹਦੀ ਸੈਟਲਮੈਂਟ ਹੋ ਰਹੀ ਹੈ ਕਿਸੇ ਪਿੰਡ ਦੀ, ਤਾਂ ਅਸੀਂ ਦੇਖਣਾ ਪਹਿਲਾਂ ਕੁਝ ਪੁਆਇੰਟਸ ਨੇ ਜਿਹੜੇ ਦਿੱਤੇ ਗਏ ਨੇ ਵੀ ਕੀ ਇੱਥੇ ਮੇਜਰਮੈਂਟ ਹੋਵੇ ਦੁਬਾਰਾ ਨਵੇਂ ਸਿਰੇ ਤੋਂ ਜਾਂ ਇੱਦਾਂ ਹੀ ਸਾਰਿਆ ਜਾਵੇ। ਪਹਿਲਾ ਪੁਆਇੰਟ ਕੀ ਹੈਗਾ, ਟੈਸਟਿੰਗ ਆਫ ਦਾ 올ਡ ਮੈਪ। ਜਿਹੜਾ ਪਿਛਲਾ ਮੈਪ ਹੈਗਾ ਉਹਦੀ ਟੈਸਟਿੰਗ ਕਰਨੀ ਹੈ। ਕਿਵੇਂ ਕਰਨੀ ਹੈ, whether the existing map suffices for the accurate ਗਿਰਦਾਵਰੀ। ਕੀ ਇਸ ਮੈਪ ਦੇ ਮੁਤਾਬਕ ਅਸੀਂ ਗਿਰਦਾਵਰੀ ਕਰ ਸਕਦੇ ਹਾਂ ਪਟਵਾਰੀ ਮੌਕੇ ਤੇ ਜਾ ਕੇ to be made, or whether owing to its general inaccuracy and after new numbers, partitions and the like, such a ਗਿਰਦਾਵਰੀ is difficult and unsatisfactory। ਕੀ ਪਟਵਾਰੀ ਹਲਕਾ ਜਿਹੜਾ ਪਿਛਲਾ ਨਕਸ਼ਾ ਉਹਦੇ ਕੋਲੇ ਹੈਗਾ ਉਹਦੇ ਮੁਤਾਬਕ ਜਾ ਕੇ ਖੇਤਾਂ ਦੇ ਵਿੱਚ ਨਿਸ਼ਾਨਦੇਹੀ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ।
ਕਿ ਕੋਈ ਪਾਰਟੀਸ਼ਨ ਕਰਨ ਦੀ ਲੋੜ ਹੋਏ ਤਾਂ ਕਰ ਸਕਦਾ ਜਾਂ ਨਹੀਂ ਕਰ ਸਕਦਾ, ਸੈਟੀਸਫੈਕਟਰੀ ਹੈ ਜਾਂ ਅਨਸੈਟੀਸਫੈਕਟਰੀ ਹੈ। ਜੇ ਤਾਂ ਕਰ ਸਕਦਾ ਉਹ ਸਾਰਾ ਕੰਮ, ਫਿਰ ਤਾਂ ਉਸ ਪਿੰਡ ਦੀ ਦੁਬਾਰਾ ਮਿਹਨਤੀ ਕਰਨ ਦੀ ਲੋੜ ਨਹੀਂ ਹੈਗੀ ਨਵੇਂ ਸਿਰੇ ਤੋਂ, ਠੀਕ ਹੈ। ਜੇ ਅਨਸੈਟੀਸਫੈਕਟਰੀ ਹੈ, ਸਾਰਾ ਕੁਝ ਡਿਫੀਕਲਟ ਹੈਗਾ, ਕੁਝ ਨਹੀਂ ਕੀਤਾ ਜਾ ਸਕਦਾ, ਫਿਰ ਇਹ ਸਮਝ ਲਓ ਵੀ ਉਸ ਪਿੰਡ ਦੀ ਦੁਬਾਰਾ ਮਿਹਨਤੀ ਕਰਨ ਦੀ ਲੋੜ ਪੈਂਦੀ ਹੈ। ਦੂਸਰਾ ਪੁਆਇੰਟ ਕੀ ਹੈ, whether the fields of the old Sajra agree fairly well in shape, ਕਿ ਜਿਹੜਾ ਪੁਰਾਣਾ ਨਕਸ਼ਾ ਹੈਗਾ ਉਹਦੇ ਜਿਹੜੇ ਨੰਬਰ ਖਸਰਾ ਹੈਗੇ ਨੇ old Sajra agree fairly well in shape, ਨਕਸ਼ੇ ਦੇ ਮੁਤਾਬਕ ਮੌਕੇ ਤੇ ਫਾਲ ਕਰਦੇ ਆ ਉਦਾਂ ਹੀ, and in position with existing circumstances. This can best be tested by lines fuzzy water tested by lines being changed between fixed recognizable points such as tri-junction pillar, bells। ਅਸੀਂ ਦੇਖ ਸਕਦੇ ਹਾਂ ਵੀ ਸਾਡੇ ਕੀ ਪੱਕੇ ਪੁਆਇੰਟ ਜਿਹੜੇ ਨਕਸ਼ੇ ਦੇ ਮੁਤਾਬਕ ਹੈਗੇ ਆ, ਕਿ ਜੇ ਕੋਈ ਧੋਖਾ ਛੱਡਾ ਲੱਗਿਆ ਹੋਇਆ ਹੈ, ਟ੍ਰਾਂਜੈਕਸ਼ਨ ਪਿਲਰ ਲੱਗਿਆ ਹੈ, ਪੂਲ ਬਣਿਆ ਹੋਇਆ ਹੈਗਾ, ਨਕਸ਼ੇ ਤੇ ਸ਼ੋਅ ਹੋ ਰਿਹਾ ਕਿ ਨਹੀਂ ਹੋ ਰਿਹਾ, ਕੋਈ ਬਾਉਂਡਰੀ ਹੈ ਉਹ ਸ਼ੋਅ ਹੁੰਦੀ ਹੈ ਕਿ ਨਹੀਂ ਹੁੰਦੀ, ਪਿਲਰਸ ਲੱਗੇ ਪਏ, ਕੁਛ ਐਂਗਲਸ ਬਣੇ ਹੋਏ ਨੇ, ਰੋਡ ਸੜਕਾਂ ਵਗੈਰਾ ਨਕਸ਼ੇ ਦੇ ਮਤਲਬ ਕਿ ਦਿਖਦੀਆਂ ਜਾਂ ਨਹੀਂ ਦਿਖਦੀਆਂ, ਉਸੇ ਮੁਤਾਬਕ ਮੌਕੇ ਦੇ ਮੁਤਾਬਕ ਨਕਸ਼ੇ ਤੇ ਹੈਗੀਆਂ ਜਾਂ ਨਹੀਂ ਹੈਗੀਆਂ। In a small village, one about 200 ਕਰਮਸ in length will suffice। 200 ਕਰਮ ਤੱਕ ਜੇ ਅਸੀਂ ਜਾ ਕੇ ਦੇਖੀਏ, ਮਤਲਬ ਕਿ ਕਿਸੇ ਨਕਸ਼ੇ ਪਿੰਡ, ਛੋਟੇ ਪਿੰਡ ਨੂੰ ਮਤਲਬ ਕਿ ਸਫੀਸ਼ੀਐਂਟ ਹੈ ਜੇ ਨਕਸ਼ਾ ਸਾਰਾ ਕੁਝ ਸ਼ੋਅ ਕਰਦਾ ਹੋਵੇ। ਵੱਡੇ ਪਿੰਡਾਂ 'ਚ ਹੋਰ ਜ਼ਿਆਦਾ ਮਤਲਬ ਕਿ ਚੈੱਕ ਕਰਨ ਦੀ ਲੋੜ ਪੈਂਦੀ ਹੈਗੀ ਹੈ। ਜੇ 1-2% ਦੀ ਕੋਈ ਹੈਗੀ ਹੈ ਡਿਸਕ੍ਰਿਪੈਂਸੀ ਤਾਂ ਉਹਨੂੰ ਇਗਨੋਰ ਕਰ ਦੇਣਾ ਚਾਹੀਦਾ। ਇਹ few fields too should be checked by their sides। ਕੁਝ ਪਿੰਡ, ਕੁਝ ਖੇਤਾਂ ਨੂੰ ਕਹਿੰਦੇ ਮੌਕੇ ਦੀਆਂ ਉਹਦੀਆਂ ਜਿਹੜੀਆਂ ਪਰਮਿਸ਼ਾਂ ਕਰਕੇ ਨਕਸ਼ੇ ਦੇ ਨਾਲ, ਨਕਸ਼ੇ ਦੇ ਮੁਤਾਬਕ ਮੌਕੇ ਦੇ ਕੁਝ ਖੇਤਾਂ ਨੂੰ ਚੈੱਕ ਕਰ ਮਿਣ ਕੇ ਵੀ ਚੈੱਕ ਕੀਤਾ ਜਾ ਸਕਦਾ ਹੈਗਾ। The correctness of a map is much more certainly determined by the means of checking corners of the fields। ਜਦੋਂ ਕਿਸੇ ਖੇਤ ਨੂੰ ਚੈੱਕ ਕਰਨਾ ਹੈ ਤਾਂ ਜਿਹੜੇ ਉਹਦੇ ਕਾਰਨਰ ਨੇ, ਖੇਤ ਦੇ ਕਾਰਨਰ, ਠੀਕ ਹੈ, ਉਹ ਕਾਰਨਰ ਦੇ ਮੁਤਾਬਕ ਕੀ ਉੱਥੇ ਜਿੱਥੇ ਪੁਆਇੰਟ ਬਣਦਾ ਹੈ ਨਕਸ਼ੇ ਦੇ ਵਿੱਚ ਬਣਦਾ ਹੈ ਤੇ ਮੌਕੇ ਤੇ ਬਣ ਰਿਹਾ ਕਿ ਨਹੀਂ ਬਣ ਰਿਹਾ। ਐਂਡ ਅਦਰ ਫਿਕਸਡ ਰਿਕੋਗਨਾਈਜ਼ੇਬਲ ਪੁਆਇੰਟਸ, ਕੁਝ ਰਿਕੋਗਨਾਈਜ਼ ਪੁਆਇੰਟਸ ਹੁੰਦੇ ਨੇ, ਬੁਰਜੀਆਂ ਵਰਜੀਆਂ ਲੱਗੀਆਂ ਹੁੰਦੀਆਂ ਨੇ ਜਾਂ ਕੁਝ ਸਾਂਝੇ ਖੇਤ ਵੱਟਾਂ ਹੁੰਦੀਆਂ ਨੇ ਜੋ ਮੌਕੇ ਤੇ ਮੇਲ ਖਾਂਦੀਆਂ ਜਾਂ ਨਹੀਂ ਖਾਂਦੀਆਂ, ਠੀਕ ਹੈ। ਇਹ ਕੁਝ ਜਿਹੜਾ ਹੈਗਾ ਮੌਕੇ ਤੇ ਚੈੱਕ ਕੀਤਾ ਜਾਂਦਾ ਹੈ। ਬਾਉਂਡਰੀ ਪੁਆਇੰਟਸ, ਕਾਰਨਰ ਪੁਆਇੰਟਸ, ਟੋਕੇ ਠੱਡੇ ਹੈ ਜੀ, ਤੇ ਡਾਇਗਨਲ ਚੈੱਕ ਕਰ ਲਏ ਜਾਂਦੇ ਨੇ, ਕਈ ਡਾਇਗਨਲ ਮੈਚ ਕਰਦਾ ਕਿ ਨਹੀਂ ਕਰਦਾ, ਨਕਸ਼ੇ ਦੇ ਵਿੱਚ ਕਿੰਨਾ ਡਾਇਗਨਲ ਸ਼ੋ ਹੋ ਰਿਹਾ, ਮੌਕੇ ਤੇ ਡਾਇਗਨਲ ਕਿੰਨਾ ਸ਼ੋ ਹੋ ਰਿਹਾ। ਵੈਨ ਟੈਸਟਡ by the perpendiculars is found to be very different by measurement from what it is by scale on the map, this means that the old map is incorrect। ਜਦੋਂ ਕਿਸੇ ਡਾਇਗਨਲ ਨੂੰ ਚੈੱਕ ਕਰਦੇ ਹਾਂ, ਡਾਇਗਨਲ ਦੇ ਵਿੱਚ ਕੁਝ ਹੋਰ ਕਹਿ ਰਿਹਾ, ਮੌਕੇ ਤੇ ਕੁਝ ਹੋਰ ਕਹਿ ਰਿਹਾ, ਪਤਾ ਨਹੀਂ ਚੱਲਦਾ ਕਿਹੜਾ ਪੈਮਾਨਾ ਯੂਜ਼ ਕੀਤਾ ਗਿਆ, ਕਿਹੜਾ ਨਹੀਂ ਕੀਤਾ ਗਿਆ, ਠੀਕ ਹੈ। ਫਿਰ ਅਸੀਂ ਇਹ ਸਮਝਦੇ ਹਾਂ ਵੀ ਇੱਦਾਂ ਦੇ ਇੱਥੇ ਨਹੀਂ ਗੱਲ ਬਣਨੀ ਹੈਗੀ, ਸਾਨੂੰ ਕਰੈਕਸ਼ਨ ਕਰਕੇ ਦੁਬਾਰਾ ਮਿਹਨਤੀ ਕਰਨੀ ਪੈਣੀ ਸਾਰੇ ਪਿੰਡ ਦੀ ਔਨ ਦਾ ਸਪੌਟ ਤੇ ਜਾ ਕੇ। ਤੇ ਇਸ ਜਿਹੜੀ ਹੈਗੀ ਹੈ ਗਿਰਦਾਵਰੀ, ਖਸਰਾ ਗਿਰਦਾਵਰੀ ਲੈ ਕੇ ਅਸੀਂ ਇੱਕ ਮਤਲਬ ਕਿ ਟੈਸਟ ਕਰਦੇ ਹੈਗੇ ਆ। ਟੈਸਟ ਕੀ ਕਰਦੇ ਆ, ABCD 4 ਤਰ੍ਹਾਂ ਦੇ ਜਿਹੜੇ ਪੁਆਇੰਟ ਨੰਬਰ ਖਸਰਾ ਨੂੰ 4 ਪਾਰਟਾਂ 'ਚ ਵੰਡ ਲਿਆ ਜਾਂਦਾ ਹੈ। ਪਿੰਡ ਦੇ ਟੋਟਲ ਨੰਬਰਾਂ ਨੂੰ A ਨਾਮ ਤੇ, B ਨਾਮ ਤੇ, C ਨਾਮ ਤੇ D ਨਾਮ ਤੇ ਵੰਡ ਲਿਆ ਜਾਂਦਾ ਹੈ। A ਨਾਮ ਤੇ ਕਿਹੜੇ ਜਿਹੜੀ ਗਿਰਦਾਵਰੀ ਸਾਡੀ ਹੈਗੀ ਹੈ, ਅਸੀਂ ਗਿਰਦਾਵਰੀ ਚੁੱਕਾਂਗੇ, ਨਾਲ ਮੈਪ ਵੀ ਲਵਾਂਗੇ ਤੇ ਨਾਲ ਥੋੜਾ ਪਿੰਡ 'ਚ ਗੇੜਾ ਵੀ ਮਾਰਾਂਗੇ ਖੇਤਾਂ ਦੇ ਵਿੱਚ। ਤੇ ਅਸੀਂ ਕੀ ਕਰਾਂਗੇ, ਸਾਡੀ ਗਿਰਦਾਵਰੀ ਦੇ ਵਿੱਚ ਅਸੀਂ ਨੋਟ ਕਰਾਂਗੇ ਜਿੱਥੇ ਜਿਹੜੇ ਨੰਬਰ ਨੇ ਮੌਕੇ ਤੇ ਫਾਲ ਵੀ ਕਰਦੇ ਨੇ ਤੇ ਨਕਸ਼ੇ 'ਚ ਵੀ ਦਿਖ ਰਹੇ ਨੇ ਉਦਾਂ ਹੀ ਐਜ਼ ਇਟ ਇਜ਼, ਠੀਕ ਹੈ। ਤਾਂ ਉਹਨਾਂ ਨੰਬਰਾਂ ਨੂੰ ਅਸੀਂ ਸਾਰਿਆਂ ਨੂੰ A ਲਿਖੀ ਜਾਵਾਂਗੇ। ਫਿਰ ਕੀ ਅੱਗੇ ਵਧੀ ਜਾਵਾਂਗੇ, ਜਿਹੜੇ ਨੰਬਰ ਖਸਰਾ ਜਿਵੇਂ 4 ਨੰਬਰ ਤੇ 5 ਨੰਬਰ ਤੇ 6 ਨੰਬਰ ਖਸਰਾ ਬੱਚੇ ਮਿਕਸ ਹੋ ਗਏ ਸਾਰੇ ਆਪਸ ਦੇ ਵਿੱਚ, ਸਾਨੂੰ ਨਹੀਂ ਪਤਾ ਵੀ 4 ਕਿਹੜਾ ਮੌਕੇ ਤੇ, 5 ਕਿਹੜਾ ਮੌਕੇ ਤੇ, 6 ਕਿਹੜਾ ਮੌਕੇ ਤੇ, ਆਪਸ 'ਚ ਮਿਕਸ ਹੋ ਗਏ, ਠੀਕ ਹੈ। ਐਸੇ ਨੰਬਰਾਂ ਨੂੰ ਸਾਡੀ ਗਿਰਦਾਵਰੀ ਦੇ ਵਿੱਚ, ਜੇ ਮੰਨ ਲਓ ਇੱਕ ਨੰਬਰ ਖਸਰਾ ਦੀ ਗੱਲ ਕਰ ਲਈਏ, 1 ਨੰਬਰ ਖਸਰਾ ਮੌਕੇ ਤੇ ਦਿਖ ਰਿਹਾ ਹੈ, ਖੜਾ ਹੈ, ਰਿਕਾਰਡ ਦੇ ਵਿੱਚ ਵੀ ਖੜਾ ਹੈ, ਨਕਸ਼ੇ 'ਚ ਵੀ ਖੜਾ ਹੈ, ਮੌਕੇ ਤੇ ਵੀ ਖੜਾ ਹੈ, ਉੱਥੇ ਅਸੀਂ A ਮਾਰਕ ਕਰ ਦਾਂਗੇ। 2 ਨੰਬਰ ਖਸਰਾ ਹੈ, ਉਹ ਵੀ ਮੌਕੇ ਤੇ ਖੜਾ ਹੈ, ਉਸ ਤੋਂ ਹੀ ਸਾਡੀਆਂ ਬੱਟਾਂ ਦਿਖ ਰਹੀਆਂ ਨੇ ਉਹਦੀਆਂ, ਤੇ ਰਿਕਾਰਡ ਦੇ ਵਿੱਚ ਵੀ ਦਿਖ ਰਿਹਾ ਹੈਗਾ ਤੇ ਮੌਕੇ ਤੇ ਵੀ ਦਿਖ ਰਿਹਾ, ਉਹਨੂੰ ਵੀ ਅਸੀਂ A ਮਾਰਕ ਕਰ ਦਾਂਗੇ। ਫਿਰ 3, 4 ਤੇ 5 ਨੰਬਰ ਖਸਰਾ ਨੇ, ਮੰਨ ਲਓ 3 ਔਰ 4 ਨੰਬਰ ਖਸਰਾ ਆਪਸ ਵਿੱਚ ਮਿਕਸ ਹੋ ਗਏ, 3, 4, 5 ਮਿਕਸ ਹੋ ਗਏ ਆਪਸ ਦੇ ਵਿੱਚ, ਸਾਨੂੰ ਨਹੀਂ ਪਤਾ ਲੱਗਦਾ 3 ਨੰਬਰ ਕਿਹੜਾ, 4 ਨੰਬਰ ਕਿਹੜਾ, 5 ਨੰਬਰ ਕਿਹੜਾ, ਠੀਕ ਹੈ। ਅਸੀਂ 3, 4, 5 ਨੂੰ ਸਾਡੀ ਗਿਰਦਾਵਰੀ ਦੇ ਵਿੱਚ B ਮਾਰਕ ਕਰ ਦਾਂਗੇ।
3 ਦੇ ਅੱਗੇ ਵੀ 20 ਮਾਰਕ ਕਰ ਦਾਂਗੇ ਪੈਨਸਲ ਦੇ ਨਾਲ, 4 ਦੇ ਅੱਗੇ ਵੀ 20 ਮਾਰਕ ਕਰ ਦਾਂਗੇ, 5 ਨੰਬਰ ਖਸਰਾ ਦੇ ਅੱਗੇ ਵੀ 20 ਮਾਰਕ ਕਰ ਦਾਂਗੇ। ਠੀਕ ਹੈ, ਤੇ ਫਿਰ ਹੋਰ ਅੱਗੇ ਚਲੀ ਜਾਵਾਂਗੇ, ਹਰ ਨੰਬਰ ਖਸਰਾ ਨੂੰ ਚੈੱਕ ਕਰਨਾ ਹੈਗਾ ਸੀ। ਫਿਰ ਦੇਖਾਂਗੇ ਅਸੀਂ, ਮੰਨ ਲਓ ਕੋਈ ਨੰਬਰ ਖਸਰਾ 8 ਹੈਗਾ, 7 ਹੈਗਾ, ਠੀਕ ਹੈ, ਉਹ ਪਾਰਟੀਸ਼ਨ ਹੋ ਚੁੱਕੀ ਉਹਦੀ ਦੁਬਾਰਾ। 7 ਨੰਬਰ ਖਸਰਾ ਸੀਗਾ, ਉਹ ਪਾਰਟ ਟੁਕੜੇ ਬਣ ਕੇ ਤਕਸੀਮ ਦੇ ਵਿੱਚ ਉਹਦੇ 2 ਜਾਂ 3 ਟੁਕੜੇ ਬਣ ਗਏ। ਐਸੇ ਨੰਬਰਾਂ ਨੂੰ ਅਸੀਂ ਕੀ ਕਰਾਂਗੇ, ਸੀ ਮਾਰਕ ਕਰ ਦਾਂਗੇ। ਸਾਰੇ ਨੰਬਰਾਂ ਨੂੰ, ਜਿੰਨੇ ਵੀ ਇਦਾਂ ਦੇ ਨੰਬਰ ਸਾਨੂੰ ਮਿਲਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਸੀ ਮਾਰਕ ਕਰ ਦਾਂਗੇ। ਇਸ ਤਰ੍ਹਾਂ ਸਾਰੇ ਫਿਰ ਕੀ ਕਰ ਦਾਂਗੇ, ਜਿਹੜਾ ਹੈਗਾ ਕੁਝ ਨੰਬਰ ਖਸਰਾ ਐਸੇ ਹੋਣਗੇ ਜਿੱਥੇ ਸਾਨੂੰ ਪਤਾ ਹੀ ਨਹੀਂ ਲੱਗੇਗਾ ਵੀ ਇਹ ਨੰਬਰ ਖਸਰਾ ਹੈ ਕਿਹੜਾ। ਜਿਵੇਂ ਮੰਨ ਲਓ ਅਸੀਂ 11 ਨੰਬਰ ਖਸਰਾ ਦੇਖਣਾ ਹੈ, ਸਾਨੂੰ ਨਹੀਂ ਪਤਾ ਉਹਦਾ ਕਿੱਥੇ ਹੈ, ਕਿ ਉਹਦੀਆਂ ਬਾਉਂਡਰੀਆਂ ਖਤਮ ਹੋ ਚੁੱਕੀਆਂ ਉਹ ਸਾਰੀਆਂ ਸਾਰੀਆਂ। ਨਾ ਤਾਂ ਸਾਨੂੰ ਇਹ ਸਾਬਤ ਹੁੰਦਾ ਵੀ ਇਹ ਕਿਹੜੇ ਨੰਬਰ 'ਚ ਮੈਚ ਕਰ ਗਿਆ, ਮਿਕਸ ਹੋ ਗਿਆ, ਠੀਕ ਹੈ, ਨਾ ਹੀ ਸਾਨੂੰ ਉਹਦੀਆਂ ਬਾਉਂਡਰੀਆਂ ਦੇਖਣ ਮੌਕੇ ਤੇ ਐਸੇ ਨੰਬਰਾਂ ਨੂੰ ਅਸੀਂ ਕੀ ਕਰ ਦਾਂਗੇ, ਮਾਰਕ ਕਰ ਦਾਂਗੇ, ਡੀ ਮਾਰਕ ਕਰ ਦਾਂਗੇ, ਯਾਨੀ ਕਿ ਜਿਹਨਾਂ ਬਾਉਂਡਰੀਜ਼ ਜਿਹੜੀਆਂ ਹੈਗੀਆਂ ਨੇ ਅਨਟ੍ਰੇਸੇਬਲ ਹੋਣ। ਇੱਦਾਂ ਪੂਰਾ ਦਾ ਪੂਰਾ ਜਿਹੜਾ ਪਿੰਡ ਹੈਗਾ ਉਹ 4 ਤਰ੍ਹਾਂ ਦੇ ਨੰਬਰ ਖਸਰਾ 'ਚ ਵੰਡਿਆ ਜਾਏਗਾ। ਏ ਉਹ ਨੰਬਰ ਖਸਰਾ ਜਿਹੜੇ ਮੌਕੇ ਤੇ ਦਿਖ ਰਹੇ ਨੇ, ਬੀ ਉਹ ਨੰਬਰ ਖਸਰਾ ਜਿਹੜੇ ਆਪਸ 'ਚ 1 ਜਾਂ 2 ਨੰਬਰ ਖਸਰਾ ਵਿੱਚ ਮਿਕਸ ਹੋ ਗਏ, ਸੀ ਉਹ ਨੰਬਰ ਖਸਰਾ ਜਿਨ੍ਹਾਂ ਦੀ ਤਕਸੀਮ ਹੋ ਚੁੱਕੀ ਹੈ, ਉਹਦੇ ਟੁਕੜੇ ਬਣ ਚੁੱਕੇ, 1 ਬਣ ਗਿਆ, 2 ਟੁਕੜੇ ਬਣ ਗਏ, 4 ਟੁਕੜੇ ਬਣ ਗਏ, 3 ਟੁਕੜੇ, ਜਿੰਨੇ ਵੀ ਬਣ ਗਏ ਬਸ। ਠੀਕ ਹੈ, ਐਸੇ ਨੰਬਰ ਖਸਰਾ ਨੂੰ ਅਸੀਂ ਸੀ ਮਾਰਕ ਕਰ ਦਾਂਗੇ। ਤੇ ਐਸੇ ਨੰਬਰ ਖਸਰਾ ਜਿਹੜੇ ਹੁਣ ਸਾਨੂੰ ਮੌਕੇ ਤੇ ਦਿਖਦੇ ਨਹੀਂ ਹੈਗੇ, ਜਿਨ੍ਹਾਂ ਦੇ ਬਹੁਤ ਸਾਰੀਆਂ ਬਾਉਂਡਰੀ ਮਤਲਬ ਕਿ ਖਤਮ ਹੋ ਚੁੱਕੀਆਂ ਨੇ, ਵਿੱਚੇ ਮਿਲ ਚੁੱਕੀਆਂ, ਕਿ ਆਪਸ ਦੇ ਵਿੱਚ ਪਤਾ ਨਹੀਂ ਲੱਗਦਾ ਕਿਹੜਾ ਨੰਬਰ ਖਸਰਾ ਕਿੱਥੇ ਪਿਆ ਹੈਗਾ, ਐਸੇ ਨੰਬਰ ਖਸਰਾ ਨੂੰ ਅਸੀਂ ਗਿਰਦਾਵਰੀ ਦੇ ਵਿੱਚ ਡੀ ਮਾਰਕ ਕਰ ਦਾਂਗੇ। ਠੀਕ ਹੈ, ਫਿਰ ਟੋਟਲ ਨੰਬਰਾਂ ਨੂੰ ਅਸੀਂ ਜੋੜ ਲਾਂਗੇ, ਟੋਟਲ ਨੰਬਰ ਖਸਰਾ ਜੋੜ ਲਾਂਗੇ। ਏ ਦੇ ਕਿੰਨੇ ਬਣ ਗਏ, ਏ ਸੈੱਟ ਦੇ ਕਿੰਨੇ ਨੰਬਰ ਬਣ ਗਏ, ਤੇ ਬੀ ਸੈੱਟ ਦੇ ਕਿੰਨੇ ਨੰਬਰ ਖਸਰਾ ਬਣ ਗਏ, ਤੇ ਸੀ ਦੇ ਕਿੰਨੇ ਬਣ ਗਏ, ਤੇ ਡੀ ਦੇ ਕਿੰਨੇ ਬਣ ਗਏ। ਠੀਕ ਹੈ ਜੀ, ਫਿਰ ਕੀ ਹੋਏਗਾ, ਅਸੀਂ ਮੇਨ ਸਾਡੀ ਜਿਹੜੀ ਇੰਪੋਰਟੈਂਸ ਹੋਏਗੀ ਉਹ ਹੋਏਗੀ ਡੀ ਨੰਬਰ ਖਸਰਾ ਦੇ ਉੱਪਰ। ਜੇ ਸਾਡਾ ਟੋਟਲ ਐਂਡ ਆਰਡੀਨਰੀ ਰੀਮੇਜਰਮੈਂਟ ਸ਼ੁੱਡ ਨਾਟ ਬੀ ਨੈਸੈਸਰੀ ਇਫ ਦਾ ਡੀ does not contain more than 20% of the whole। ਜਿਹੜੇ ਡੀ ਨਾਮ ਦੇ ਨੰਬਰ ਖਸਰਾ ਹੈਗੇ ਆ, does not contain more than 20, ਜੇ 20% ਤੋਂ ਉੱਪਰ ਨੇ ਪੂਰੇ ਪਿੰਡ ਦੇ ਵਿੱਚ, ਠੀਕ ਹੈ, ਜੇ 20% ਤੋਂ ਉੱਪਰ ਨੇ ਤਾਂ ਰੀਮੇਜਰਮੈਂਟ ਕਰਨ ਦੀ ਲੋੜ ਪੈਂਦੀ ਹੈ। ਜੇ 20% ਤੋਂ ਘੱਟ ਨੇ ਤਾਂ ਸਾਨੂੰ ਵੀ ਮੇਜਰਮੈਂਟ ਕਰਨ ਦੀ ਨਵੇਂ ਸਿਰੇ ਤੋਂ ਲੋੜ ਨਹੀਂ, ਫਿਰ ਅਸੀਂ ਲੱਠੇ ਦੇ ਵਿੱਚ ਲੱਠੇ ਦੀ ਕਾਪੀ ਕਰਵਾ ਕੇ ਨਵੀਂ, ਠੀਕ ਹੈ, ਤੇ ਨਵਾਂ ਲੱਠਾ ਤਿਆਰ ਕਰ ਸਕਦੇ ਹਾਂ। ਸਿਰਫ ਕਰੈਕਸ਼ਨਸ ਕੀਤੀਆਂ ਜਾ ਸਕਦੀਆਂ ਨੇ। ਇੱਥੇ ਆ ਕੇ ਇਹੀ ਲਿਖਿਆ ਹੈ ਵੀ ਸਾਰਿਆਂ ਨੂੰ ਟੋਟਲ ਕਰਾਂਗੇ। ਐਂਡ ਓਨਲੀ ਰੀਮੇਜਰਮੈਂਟ should not be necessary if the class D does not contain more than 20% of the whole, and even if it is contains more than 20%, ਰੀਮੇਜਰਮੈਂਟ may not be necessary। ਇਹ ਉੱਥੇ ਗੱਲ ਕੀਤੀ ਗਈ ਹੈ ਵੀ ਜੇ ਕਿਤੇ ਪਰ ਚਾਂਸ 20% ਤੋਂ ਵੱਧ ਵੀ ਜਾਣ, ਠੀਕ ਹੈ, ਤਾਂ ਉੱਥੇ ਗੱਲ ਕੀਤੀ ਗਈ ਵੀ ਜੇ ਕਿਤੇ ਪਾਰਟੀਕੂਲਰ ਇੱਕ ਨੰਬਰ ਖਸਰਾ ਕੋਈ ਇਦਾਂ ਦਾ ਹੈਗਾ ਸੀਗਾ, ਠੀਕ ਹੈ, ਉਹਦੇ ਵਿੱਚ ਟੁਕੜੇ ਬਣ ਕੇ ਕਾਫੀ ਸਾਰੇ ਨੰਬਰ ਬਣ ਗਏ। ਕਿਸੇ ਕੋਈ ਸਰਕਾਰ ਦਾ ਕੋਈ ਨੰਬਰ ਖਸਰਾ ਪਿਆ ਸੀਗਾ, ਪੰਚਾਇਤ ਦਾ ਕੋਈ ਨੰਬਰ ਖਸਰਾ ਪਿਆ ਸੀ, ਪੰਚਾਇਤ ਨੇ 2-2 ਮਰਲੇ ਦੇ ਪਲਾਟ ਵੱਟ ਕੇ ਮਤਲਬ ਕਿ ਕੱਟ ਕੇ ਦੇ ਦਿੱਤੇ, ਠੀਕ ਹੈ, ਉਹ ਮੈਟਰ ਨਹੀਂ ਕਰੇਗਾ। ਇੱਥੇ ਕਿਹਾ ਗਿਆ ਵੀ ਜੇ 20% ਤੋਂ ਨੰਬਰ ਖਸਰਾ ਕਿਸੇ ਵੇਲੇ ਵੱਧ ਵੀ ਜਾਂਦੇ ਨੇ, ਪਰ ਉੱਥੇ ਸ਼ਰਤ ਨਾਲ ਇਹ ਰੱਖੀ ਗਈ ਹੈ ਵੀ ਜੇ ਕੋਈ ਪਾਰਟੀਕੂਲਰ ਨੰਬਰ ਦੇ ਇੱਕ ਨੰਬਰ ਖਸਰਾ ਸੀ, ਉਹਦੇ ਟੁਕੜੇ ਜਾ ਕੇ 40-50 ਟੁਕੜੇ 100 ਟੁਕੜਾ ਉਸੇ ਗੱਲੇ ਦਾ ਬਣ ਗਿਆ, ਠੀਕ ਹੈ, ਤਾਂ ਇਹ ਜਿਹੜਾ ਪੁਆਇੰਟ ਹੈ ਉੱਥੇ ਟੁਕੜੇ ਬਣਨਾ ਜਾਂ 20% ਤੋਂ ਵੱਧ ਜਾਣਾ ਤਾਂ ਉਹ ਕੰਸੀਡਰ ਨਹੀਂ ਕਰਦਾ। ਇਨ ਜਨਰਲ ਦੇਖਿਆ ਜਾਏਗਾ, ਇਨ ਜਨਰਲ ਇਹੋ ਜਿਹੇ ਨੰਬਰ ਖਸਰਾ ਨੂੰ ਛੱਡ ਦਿੱਤਾ ਜਾਵੇਗਾ। ਜਿੱਥੇ ਕਿਤੇ ਪੰਚਾਇਤ ਨੇ 2-2 ਮਰਲੇ ਦੇ ਪਲਾਟ ਵੱਟ ਕੇ ਮਤਲਬ ਕਿ ਕੱਟ ਕੇ ਵੇਚ ਦਿੱਤੇ ਤਾਂ ਨੰਬਰ ਖਸਰਾ ਦੀ ਗਿਣਤੀ ਵੱਧ ਸਕਦੀ ਹੈ, ਠੀਕ ਹੈ ਜੀ। ਤਾਂ ਇਸੇ ਪੁਆਇੰਟ ਨੂੰ ਨਹੀਂ ਦੇਖਣਾ, ਅਦਰ ਜਨਰਲ 'ਚ ਦੇਖਣਾ ਹੈਗਾ ਵੀ 20% ਤੋਂ ਜੇ ਨੰਬਰ ਜ਼ਿਆਦਾ ਵੱਧ ਜਾਂਦੇ ਆ ਡੀ ਕਲਾਸ ਤੇ ਤਾਂ ਜਿਹੜੀ ਪਿੰਡ ਦੀ ਮੇਜਰਮੈਂਟ ਦੀ ਲੋੜ ਪੈਂਦੀ ਹੈ, ਅਦਰਵਾਈਜ਼ ਉਸ ਮੇਜਰਮੈਂਟ ਦੀ ਦੁਬਾਰਾ ਲੋੜ ਨਹੀਂ ਪੈਂਦੀ। ਤਾਂ ਲੱਠੇ ਦੇ ਵਿੱਚ, ਪੁਰਾਣੇ ਲੱਠੇ ਦੇ ਵਿੱਚ ਹੀ ਉਹਦੀਆਂ ਹੋਰ ਕਾਪੀਆਂ ਤਿਆਰ ਕਰਕੇ ਨਵਾਂ ਲੱਠਾ ਤਿਆਰ ਕੀਤਾ ਜਾ ਸਕਦਾ, ਕਰੈਕਸ਼ਨ ਕੀਤੀਆਂ ਜਾ ਸਕਦੀਆਂ ਨੇ। ਨੈਕਸਟ ਅਸੀਂ ਦੇਖਦੇ ਹਾਂ, ਦਾ ਪਟਵਾਰੀ ਇਫ ਹੀ ਹੈਜ਼ ਪ੍ਰੀਵੀਅਸ ਨੌਲੇਜ ਆਫ ਦਾ ਵਿਲੇਜ ਐਂਡ ਇਫ ਨਾਟ ਦਾ ਕਾਨੂੰਗੋ ਵਿਲ ਰਿਕਾਰਡ ਏ ਨੋਟ ਵਿਚ ਹੀ ਵਿਲ ਸਬਮਿਟ ਟੂ ਦਾ ਨਾਇਬ ਤਹਿਸੀਲਦਾਰ। ਤਾਂ ਫਿਰ ਕੀ ਹੈ, ਜਿਹੜੀ ਰਿਪੋਰਟ ਕੀਤੀ ਜਾਏਗੀ ਪਟਵਾਰੀ ਹਲਕਾ ਵੱਲੋਂ ਜਾਂ ਕਾਨੂੰਗੋ ਹਲਕਾ ਵੱਲੋਂ, ਸ਼ੋਇੰਗ ਦਾ ਰਿਜ਼ਲਟ ਆਫ ਦਾ ਐਪਲੀਕੇਸ਼ਨਸ ਆਫ ਅਬਵ ਟੈਸਟ। ਜਿਹੜਾ ਪੂਰਾ ਟੈਸਟ ਕੀਤਾ ਗਿਆ ਗਿਰਦਾਵਰੀ ਦਾ ਬਲੌਕ ਬਣਾ ਕੇ ABCD ਨੰਬਰ ਖਸਰਾ ਨੂੰ ਵੰਡ ਕੇ, ਤਾਂ ਜਿਹੜੀ ਰਿਪੋਰਟ ਇਹਦੀ ਹੈਗੀ ਹੈ ਉਹ ਭੇਜੀ ਜਾਏਗੀ ਕਾਨੂੰਗੋ ਨਾਇਬ ਤਹਿਸੀਲਦਾਰ ਨੂੰ, giving his reasons for considering that the corrections of the map is or is not sufficient। ਵੀ ਕੀ ਕੀਤੀ ਜਾਣੀ ਹੈ ਜਾਂ ਨਹੀਂ ਕੀਤੀ ਜਾਣੀ, ਕਰੈਕਸ਼ਨ ਕਰਕੇ ਸਰਦਾ ਜਾਂ ਨਹੀਂ ਸਰਦਾ,
ठीक है। द पटवारी और कानोगो वर्क मस्ट बी क्लोजली सुपरवाइज्ड बाय द कानोगो और नायब सीलर एंड मस्ट बी चेक्ड ऑन द स्पॉट। ਜਿਹੜਾ ਇਹ ਵਰਕ ਕੀਤਾ ਗਿਆ ਉੱਪਰਲਾ, ਇੱਥੇ ਨੰਬਰ ਖਾਸਾ ਨੂੰ ਗਰਦਾਵਰੀ ਦੇ ਮੁਤਾਬਕ ਕਲਾਸਿਸ 'ਚ ਵੰਡਿਆ ਗਿਆ ABCD ਦੇ ਵਿੱਚ। ਇਹਦੀ ਵੀ ਚੈਕਿੰਗ ਹੋਏਗੀ ਕਾਨੋਗੋ ਹਲਕਾ ਵੱਲੋਂ ਹੋਏਗੀ ਜੇ ਪਟਵਾਰੀ ਨੇ ਕੀਤਾ ਹੈ, ਠੀਕ ਹੈ, ਜਾਂ ਫਿਰ ਨਾਇਬ ਸੀਲਰ ਵੱਲੋਂ ਵੀ ਚੈਕਿੰਗ ਕੀਤੀ ਜਾ ਸਕਦੀ ਹੈ। ਦ ਪਟਵਾਰੀ ਔਰ ਕਾਨੋਗੋ work must be closely supervised by the Kanogo or naib sealer and must be checked on the spot to an extent that should not ordinarily cover less than 20% of the work। 20% ਘੱਟੋ ਘੱਟ ਜਿਹੜਾ ਵਰਕ ਹੈਗਾ ਉਹ ਚੈੱਕ ਹੋਣਾ ਚਾਹੀਦਾ। ਫਿਰ ਨਾਲ ਦੀ ਨਾਲ ਕੀ ਹੈਗਾ ਕਿ ਹੈਡਮੈਨ ਪਿੰਡ ਦੇ ਜਿਹੜਾ ਨੰਬਰਦਾਰ ਹੈਗਾ, ਸਰਪੰਚ ਹੈਗਾ ਐਂਡ ਲੀਡਿੰਗ ਵਿਲੇਜਰਸ, ਪਿੰਡ ਦੇ ਜਿਹੜੇ ਮੁਤਬਰ ਵਿਅਕਤੀ ਹੈਗੇ ਆ should be consulted as to whether they have found the map ਇਨਐਕੂਰੇਟ। ਉਹਨੂੰ ਪੁੱਛਿਆ ਜਾ ਸਕਦਾ ਵੀ ਤੁਹਾਡੇ ਪਿੰਡ ਦੇ ਵਿੱਚ ਕਿੰਨੀਆਂ ਕੁ ਗਲਤੀਆਂ ਹੈਗੀਆਂ ਨੇ, ਕੀ ਤੁਹਾਡਾ ਲੱਠਾ ਜਿਹੜਾ ਬਿਲਕੁਲ ਸਹੀ ਨਹੀਂ ਹੈਗਾ, ਇਸ ਵੇਲੇ ਗਲਤ ਹੈਗਾ, ਲੱਠਾ ਮੈਚ ਨਹੀਂ ਕਰਦਾ ਮੌਕੇ ਦੇ ਮੁਤਾਬਕ। ਐਨੀ ਪਾਰਟ ਆਫ ਦਾ ਵਿਲੇਜ ਇਨਐਕੂਰੇਟ, ਕਿ ਕੁਛ ਤਾਂ ਪਿੰਡ ਦਾ ਕੋਈ ਸਪੈਸ਼ਲੀ ਕੋਈ ਪਾਰਟ ਜਿਹੜਾ ਹੈਗਾ ਕੋਈ ਉਹ ਰਿਕਾਰਡ ਦੇ ਮੁਤਾਬਕ ਮੈਚ ਨਹੀਂ ਕਰਦਾ, ਜਾਂ ਉੱਥੇ ਕੋਈ ਡਿਸਪਿਊਟਸ ਹੈਗੇ ਨੇ, ਜਾਂ ਕੋਈ ਬਾਉਂਡਰੀ ਦਾ ਡਿਸਪਿਊਟ ਹੈਗਾ ਜਾਂ ਨਹੀਂ ਹੈਗਾ, ਤੁਹਾਡੇ ਪਿੰਡ ਦਾ ਕਿਸੇ ਹੋਰ ਦੇ ਨਾਲ ਪਿੰਡ ਦੇ ਨਾਲ ਡਿਸਪਿਊਟ ਹੈਗਾ ਜਾਂ ਨਹੀਂ ਹੈਗਾ। ਇੱਦਾਂ ਪਿੰਡ ਦੇ ਨੰਬਰਦਾਰਾਂ ਨੂੰ, ਪਿੰਡ ਦੇ ਮੁਤਬਰ ਵਿਅਕਤੀਆਂ ਨੂੰ ਵੀ ਕੰਸਲਟ ਕੀਤਾ ਜਾ ਸਕਦਾ ਹੈ ਇਸ ਦੀਆਂ ਰਿਪੋਰਟਾਂ ਦੇਣ ਤੋਂ ਪਹਿਲਾਂ। ਦ ਨਾਇਬ ਸੀਲਰ ਵਿਲ ਆਫਟਰ ਚੈਕਿੰਗ ਦ ਕਾਨੋਗੋਜ਼ ਵਰਕ ਸੈਂਡ ਔਨ ਹਿਜ਼ ਰਿਪੋਰਟ ਵਿਦ ਹਿਜ਼ ਓਪੀਨੀਅਨ ਟੂ ਦ ਤਹਿਸੀਲਦਾਰ। ਫਿਰ ਨਾਇਬ ਸੀਲਰ ਵੱਲੋਂ ਕੀ ਹੋਏਗੀ, ਆਪਣੀ ਰਿਪੋਰਟ ਭੇਜੀ ਜਾਏਗੀ ਤਹਿਸੀਲਦਾਰ ਨੂੰ, ਵੀ ਆਪਦਾ ਓਪੀਨੀਅਨ ਵੀ ਦਿੱਤਾ ਜਾਏਗਾ ਵੀ ਕੀ ਇਸ ਪਿੰਡ ਦੀ ਜਿਹੜੀ ਹੈਗੀ ਆ ਰੀਮੀਜਰਮੈਂਟ ਹੋਵੇ ਜਾਂ ਕਰੈਕਸ਼ਨ ਹੋਵੇ। ਦ ਫਾਈਲ ਵਨ ਦ ਰੀਚਿੰਗ ਦ ਤਹਿਸੀਲਦਾਰ ਵਿਲ be examined by him and if he is satisfied that the map revision will sufficient, ਜੋ ਲੱਗਦਾ ਹੈ ਤਹਿਸੀਲਦਾਰ ਨੂੰ ਵੀ ਹਾਂ ਜਿਹੜੀ ਮੈਪ ਦੀ ਰਿਵੀਜ਼ਨ ਕਰਕੇ ਹੀ sufficient ਹੈਗਾ, ਸਰ ਜਾਂਦਾ ਹੈਗਾ, he will issue an order at once to the naib sealer to that effect and he will send the file through the extra assistant settlement officer to the settlement officer who will either confirm the decision। ਆਪਦਾ ਡਿਸੀਜ਼ਨ ਲੈ ਕੇ ਜਿਹੜੀ ਰਿਪੋਰਟ ਭੇਜੀ ਜਾਏਗੀ ਸੈਟਲਮੈਂਟ ਆਫਿਸਰ ਨੂੰ ਥਰੂ ਅਸਿਸਟੈਂਟ ਸੈਟਲਮੈਂਟ ਆਫਿਸਰ, ਠੀਕ ਹੈ। ਫਿਰ ਆਈਦਰ ਕਨਫਰਮ ਦਾ ਡਿਸੀਜਨ, ਸੈਟਲਮੈਂਟ ਆਫਿਸਰ ਨੇ ਦੇਖਣਾ ਵੀ ਉਹ ਜਿਹੜੀ ਰਿਪੋਰਟ ਥੱਲੋਂ ਆਈ ਹੈ ਨਾਇਬ ਸੀਲਰ ਦਾ, ਤਹਿਸੀਲਦਾਰ ਦਾ ਕੀ ਓਪੀਨੀਅਨ ਹੈਗਾ, ਠੀਕ ਹੈ, ਉਹਦੇ ਮੁਤਾਬਕ ਉਹ ਡਿਸਾਈਡ ਕਰ ਸਕਦੇ ਨੇ। ਔਰ ਇਫ ਹੀ ਡਿਸਐਗਰੀਜ਼, ਜੇ ਉਹ ਦੇ ਓਪੀਨੀਅਨ ਦੇ ਨਾਲ ਸਹਿਮਤ ਨਹੀਂ ਹੈਗੇ, ਇਸ਼ੂ ਆਰਡਰਸ ਫਾਰ ਦਾ ਰੀਮੀਜਰਮੈਂਟ, ਤਾਂ ਉਹ ਰੀਮੀਜਰਮੈਂਟ ਦਾ ਜਿਹੜਾ ਸੈਟਲਮੈਂਟ ਆਫਿਸਰ ਹੈ ਆਰਡਰ ਜਾਰੀ ਕਰ ਸਕਦਾ ਹੈ ਜੇ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੁੰਦੇ ਤਾਂ। ਇਫ ਦਾ ਤਹਿਸੀਲਦਾਰ ਇਜ਼ ਆਫ ਦਾ ਓਪੀਨੀਅਨ ਦੈਟ ਏ ਵਿਲੇਜ ਸ਼ੁੱਡ ਬੀ ਰੀਮੀਜਰਡ, ਜੇ ਤਹਿਸੀਲਦਾਰ ਦਾ ਹੀ ਇਹ ਓਪੀਨੀਅਨ ਹੈ ਵੀ ਇਹ ਪਿੰਡ ਦੀ ਜਿਹੜੀ ਮਿਣਤੀ ਦੁਬਾਰਾ ਨਵੇਂ ਸਿਰ ਤੋਂ ਹੋਣੀ ਚਾਹੀਦੀ ਹੈ, ਹੀ ਸ਼ੁੱਡ ਸਬਮਿਟ ਦ ਰਿਪੋਰਟ ਆਫ ਦ ਨਾਇਬ ਸੀਲਰ ਐਂਡ ਕਾਨੋਗੋ ਥਰੂ ਦ ਅਸਿਸਟੈਂਟ ਐਕਸਟਰਾ ਸੈਟਲਮੈਂਟ ਆਫਿਸਰ ਟੂ ਦ ਸੈਟਲਮੈਂਟ ਆਫਿਸਰ ਵਿਦਆਊਟ whose previous sanction remeasurement should not be commenced। ਰੀਮੀਜਰਮੈਂਟ ਸ਼ੁੱਡ ਜਨਰਲੀ ਬੀ ਰਿਕਮੈਂਡਡ, ਜੇ ਕਿਤੇ ਪਿੰਡ ਦੀ ਮਿਣਤੀ ਦੁਬਾਰਾ ਨਵੇਂ ਸਿਰ ਤੋਂ ਕਰਨ ਸੰਬੰਧੀ ਕੋਈ ਆਰਡਰ ਪਾਸ ਨਹੀਂ ਹੋਇਆ ਹੁੰਦਾ, ਸੈਂਕਸ਼ਨ ਨਹੀਂ ਮਿਲੀ ਹੁੰਦੀ ਗਵਰਨਮੈਂਟ ਦੀ, ਤਦ ਵੀ ਜਿਹੜਾ ਸੈਟਲਮੈਂਟ ਤਹਿਸੀਲਦਾਰ ਹੈਗਾ ਆਪਣੀ ਰਿਪੋਰਟ ਭੇਜ ਸਕਦੇ ਨੇ ਇਸ ਪਿੰਡ ਦੀ ਜਿਹੜੀ ਮਿਣਤੀ ਹੈ ਦੁਬਾਰਾ ਨਵੇਂ ਸਿਰ ਤੋਂ ਹੋਣੀ ਚਾਹੀਦੀ ਹੈ। ਤੇ ਇਫ ਦ ਫੀਲਡ ਪਲੇਸਡ ਇਨ ਕਲਾਸ D constitutes more than 15% of the total number, if the internal measurements alone are so very far wrong as to make the correction difficult, ਜਿੱਥੇ ਕਿਤੇ ਲੱਗਦਾ ਹੈਗਾ ਰੈਵਨਿਊ ਆਫੀਸਰਸ ਨੂੰ ਵੀ ਜਿਹੜੇ D ਕਲਾਸ ਦੇ ਜਿਹੜੇ ਨੰਬਰ ਹੈਗੇ ਉਹ 15% ਤੋਂ ਉੱਪਰ ਜਿਹੜੇ ਜ਼ਿਆਦਾ ਉਹਨਾਂ ਦੀ ਗਿਣਤੀ ਬਣਦੀ ਹੈ, ਤੇ ਜਿਹੜੇ ਇੰਟਰਨਲ ਜਿਹੜੀ ਮੇਜਰਮੈਂਟ ਹੈਗੀ ਆ ਉਹ ਵੀ ਬਹੁਤ ਜ਼ਿਆਦਾ ਗਲਤ ਹੈਗੀ ਆ, ਤਾਂ ਉਹ ਦੁਬਾਰਾ ਰੀਮੇਜਰਮੈਂਟ ਦੇ ਲਈ ਰਿਕਮੈਂਡੇਸ਼ਨ ਵੀ ਭੇਜੀਆਂ ਜਾ ਸਕਦੀਆਂ ਨੇ। ਬੇਸ਼ੱਕ ਉਹ ਪਿੰਡ ਨੂੰ ਪਹਿਲਾਂ ਗਵਰਨਮੈਂਟ ਨੇ ਰੀਮੇਜਰਮੈਂਟ ਲਈ ਰਿਕਮੈਂਡ ਨਾ ਕੀਤਾ ਹੋਵੇ, ਕੋਈ ਸੈਂਕਸ਼ਨ ਆਈ ਹੋਈ ਹੋਵੇ, ਫਿਰ ਵੀ ਰੈਵਨਿਊ ਆਫੀਸਰ ਵੱਲੋਂ ਰਿਕਮੈਂਡੇਸ਼ਨ ਦੇ ਲਈ ਭੇਜੀ ਜਾ ਸਕਦੀ ਹੈ ਆਪਣੀ ਰਿਪੋਰਟ। ਇਟ ਇਜ਼ not generally necessary to remeasure a village simply, ਇਹ ਕਿਹਾ ਗਿਆ ਵੀ it is not generally necessary to remeasure a village simply because the boundaries shown in the map do not tally with the boundaries as shown in the map of adjacent village। ਨਾਲ ਲੱਗਦੀ ਗੁਆਂਢੀ ਦੇ ਪਿੰਡ ਦੀਆਂ ਜਿਹੜੀਆਂ ਬਾਉਂਡਰੀਜ਼ ਮੈਚ ਨਹੀਂ ਕਰਦੀਆਂ ਤਾਂ ਕੋਈ ਜ਼ਰੂਰੀ ਨਹੀਂ ਹੈਗਾ ਵੀ ਉਸ ਨੂੰ ਜਿਹੜਾ ਦੁਬਾਰਾ ਮੇਜਰਮੈਂਟ ਕੀਤੀ ਜਾਵੇ। ਆਲਸੋ there are cases in which remeasurement may be dispensed with even if the field is in class D number more than 15%। ਕੇਸ ਟੂ ਕੇਸ ਵੇਰੀ ਕਰਦਾ ਹੈਗਾ ਵੀ ਕੋਈ ਜ਼ਰੂਰੀ ਨਹੀਂ ਹੈਗਾ ਵੀ ਜੇ 15% ਤੋਂ ਵੱਧ ਨੰਬਰ ਟੁੱਟੇ ਹੋਏ ਹੈਗੇ ਆ ਮੈਚ ਨਹੀਂ ਕਰਦੇ ਰਿਕਾਰਡ ਦੇ ਮੁਤਾਬਕ, ਜਿਵੇਂ ਦੱਸਿਆ ਗਿਆ ਵੀ ਪਾਰਟੀਸ਼ਨ ਹੋ ਗਈ
ਕਿਸੇ ਨੰਬਰ ਦੀ ਪਾਰਟੀਸ਼ਨ ਹੋ ਕੇ ਉਸੇ ਇੱਕੋ ਨੰਬਰ ਦੇ ਟੁਕੜੇ ਬਹੁਤ ਜ਼ਿਆਦਾ ਗਿਣਤੀ ਬਣ ਗਈ ਤੇ ਇਹਦੇ ਨਾਲ ਹੀ ਜਿਹੜੀ ਗਿਣਤੀ ਆ ਉਹ ਡੀ ਕਲਾਸ ਦੇ ਨੰਬਰਾਂ ਦੀ ਜਿਹੜੀ ਵੱਧ ਗਈ। ਠੀਕ ਹੈ, ਇਹ ਵੀ ਕੋਈ ਜ਼ਰੂਰੀ ਨਹੀਂ ਹੈਗਾ ਵੀ ਜੇ 15% ਤੋਂ ਕੋਈ ਗਿਣਤੀ ਵੱਧ ਗਈ ਤਾਂ ਅਸੀਂ ਉਸ ਪਿੰਡ ਨੂੰ ਦੁਬਾਰਾ ਨਵੇਂ ਸਿਰੇ ਤੋਂ ਮੀਅਰ ਕਰਾਂਗੇ। ਠੀਕ ਹੈ, ਪਰ ਇਨ ਹੋਲ ਸਾਰੇ ਪਿੰਡ ਦੀ ਗਲਤੀ ਕਰਕੇ ਦੇਖਾਂਗੇ ਤਾਂ ਹੈਗਾ। ਠੀਕ ਹੈ, ਦੁਬਾਰਾ ਮੇਜਰਮੈਂਟ ਦੀ ਲੋੜ ਪੈਂਦੀ ਹੈ। ਜੇ ਕਿਸੇ ਇੱਕ ਨੰਬਰ ਖਾਸਾ ਕਰਕੇ ਹੀ ਪਰਸੈਂਟੇਜ ਵੱਧ ਜਾਂਦੀ ਹੈ ਤਾਂ ਕੋਈ ਜ਼ਰੂਰੀ ਨਹੀਂ ਹੈ ਵੀ ਅਸੀਂ ਦੁਬਾਰਾ ਪਿੰਡ ਦੀ ਮਿਣਤੀ ਸਾਰੇ ਨਵੇਂ ਸਿਰੇ ਤੋਂ ਕੀਤੀ ਜਾਵੇ। ਜਨਰਲ ਰੂਲ ਫਾਰ ਡਿਸਾਈਡਿੰਗ ਵਿਚ ਕੋਰਸ ਸ਼ੁੱਡ ਬੀ ਫੋਲੋਡ, ਕਿਹੜਾ ਕੋਰਸ ਸਾਨੂੰ ਅਪਲਾਈ ਕਰਨਾ ਹੈ, ਨਵੇਂ ਸਿਰੇ ਤੋਂ ਮਿਣਤੀ ਕਰਨੀ ਹੈ ਜਾਂ ਨਹੀਂ ਕਰਨੀ। ਜਨਰਲ ਰੂਲ ਕੀ ਕਹਿ ਰਿਹਾ ਫਿਰ ਦੇਖੋ, ਪੈਰਾ 6 ਦੇ ਵਿੱਚ ਕਿਹਾ ਹੈ ਜਨਰਲ ਰੂਲ ਫਾਰ ਡਿਸਾਈਡਿੰਗ which course should be followed is that the map of the last settlement should be accepted if possible। ਜਨਰਲ ਦਾ ਇਹ ਕਿਹਾ ਵੀ ਜੀ ਪਿਛਲੇ ਸਾਲ ਦਾ ਜਿਹੜਾ ਪਿਛਲਾ ਸੈਟਲਮੈਂਟ ਦਾ ਜਿਹੜਾ ਮੈਪ ਹੈਗਾ ਉਸ ਨੂੰ ਐਕਸੈਪਟ ਕਰ ਲੈਣਾ ਚਾਹੀਦਾ ਹੈ। ਠੀਕ ਹੈ, ਉਹਦੇ ਮੁਤਾਬਕ ਹੀ ਕੰਮ ਚਲਾ ਲੈਣਾ ਚਾਹੀਦਾ ਹੈ। if the scale on which the map for a particular village was made was inconveniently small, ਬਹੁਤ ਛੋਟੀ ਸਕੇਲ ਤੇ ਬਣਾਇਆ ਹੋਇਆ ਨਕਸ਼ਾ ਪਹਿਲਾਂ, the old map can be brought up to date on the old scale and a copy of it enlarged by scale or pantograph for the ptwari used in Girdabri। ਕਹਿੰਦੇ ਫਿਰ ਵੱਡੀ ਸਕੇਲ ਤੇ ਨਕਸ਼ਾ ਤਿਆਰ ਕਰ ਲਓ। ਠੀਕ ਹੈ, ਜੇ ਤੁਹਾਡੇ ਉੱਤੇ ਵੱਡੀ ਪਹਿਲਾਂ ਮਤਲਬ ਕਿ ਬਹੁਤ ਛੋਟੀ ਸਕੇਲ ਤੇ ਬਣਿਆ ਹੋਇਆ ਹੈਗਾ, ਪ੍ਰੋਬਲਮ ਆ ਰਹੀ ਹੈ ਤਾਂ ਫਿਰ ਵੱਡੀ ਸਕੇਲ ਤੇ ਨਕਸ਼ਾ ਬਣਾ ਕੇ ਵੀ ਰੱਖਿਆ ਜਾ ਸਕਦਾ ਹੈ, ਮਤਲਬ ਕਿ ਰੀਮੇਜਰਮੈਂਟ ਤੋਂ ਬਚਿਆ ਜਾ ਸਕਦਾ ਹੈਗਾ। ਜੇ ਸਕੇਲ ਦੀ ਪ੍ਰੋਬਲਮ ਹੈ ਕੋਈ ਤਾਂ ਸਕੇਲ ਚੇਂਜ ਕੀਤੀ ਜਾ ਸਕਦੀ ਹੈ। ਨੈਕਸਟ ਹੈਗਾ the files of these inquiries will be kept in the Tehsil office and will be destroyed after the final attestation by the Tehsildar of the village। The Tehsildar will keep a register of these showing। ਤਹਿਸੀਲ 'ਚ ਇੱਕ ਰਜਿਸਟਰ ਰੱਖਿਆ ਜਾਏਗਾ, ਨੇਮ ਆਫ ਦਾ ਅਸੈਸਮੈਂਟ ਸਰਕਲ, ਨੇਮ ਆਫ ਦਾ ਵਿਲੇਜ, ਅਸੈਸਮੈਂਟ ਸਰਕਲ ਕਿਹੜਾ ਹੈਗਾ, ਉਹਦੇ ਪਿੰਡ ਕਿਹੜੇ ਕਿਹੜੇ ਹੈਗੇ ਨੇ। ਠੀਕ ਹੈ, ਨੋਟ ਆਫ ਮੈਥ, ਹਰ ਪਿੰਡ ਦਾ ਕੀ ਅਸੀਂ ਡਿਸਾਈਡ ਕੀਤਾ ਹੈ, ਕਿਹੜੇ ਪਿੰਡ ਦੀ ਮੇਜਰਮੈਂਟ ਹੋਣੀ ਹੈ ਦੁਬਾਰਾ ਜਾਂ ਕਰੈਕਸ਼ਨ ਹੋਣੀ ਹੈ। ਠੀਕ ਹੈ, ਉਸ ਰਜਿਸਟਰ 'ਚ ਐਂਟਰੀਆਂ ਪੈਣਗੀਆਂ ਨਾਲ ਨਾਲ। ਨੋਟ ਆਫ ਦਾ ਮੈਥਡ ਆਫ ਦਾ ਸਰਵੇ ਅਡਾਪਟਡ, ਮੈਥਡ ਆਫ ਸਰਵੇ ਅਡਾਪਟਡ ਕਿਹੜਾ ਅਸੀਂ ਸਰਵੇ ਮਤਲਬ ਕਿ ਅਡਾਪਟ ਕੀਤਾ ਹੈਗਾ, ਤਰੀਕਾ ਪੈਮਾਇਸ਼ ਕੀ ਹੈ। ਡੇਟ ਆਫ ਦਾ ਸੈਟਲਮੈਂਟ ਆਫ ਦਾ ਆਫਿਸਰਸ ਆਰਡਰ, ਕਿਹੜੇ ਡੇਟ ਆਫ ਸੈਟਲਮੈਂਟ ਆਫਿਸਰਸ ਆਰਡਰ, ਸੈਟਲਮੈਂਟ ਆਫਿਸਰ ਨੇ ਕਿਹੜੀ ਤਰੀਕ ਨੂੰ ਆਰਡਰ ਕੀਤਾ ਹੈਗਾ। ਚਲੋ the examination of the maps prescribed in the preceding paragraph, ਜਿਹੜੀ ਐਗਜ਼ਾਮੀਨੇਸ਼ਨ ਅਸੀਂ ਉੱਪਰ ਕਰ ਰਹੇ ਸੀਗੇ ਲੱਠੇ ਦੀ। ਠੀਕ ਹੈ, will be commenced by this establishment ਕਿਹੜੀ ਹੋਏਗੀ, ਪਟਵਾਰੀ ਕਾਨੂੰਨ ਕੋ ਹੋਣਗੇ। in order to expedite the commencement of the field work after the settlement officer has joined his appointment, they should also attest as many old jamabandis as possible in order to bring quotations। method of revision, ਹੁਣ ਮੈਥਡ ਆਫ ਰਿਵਿਜ਼ਨ ਦੀ ਗੱਲ ਆ ਗਈ। ਹੁਣ ਇਹ ਡਿਸਾਈਡ ਹੋ ਗਿਆ ਵੀ ਜਿਹੜੀ ਹੈਗੀ ਹੈ ਰੀਮੇਜਰਮੈਂਟ ਨਹੀਂ ਹੋਣੀ ਤੇ ਮੈਥਡ ਆਫ ਰਿਵਿਜ਼ਨ ਹੈ ਵੀ ਰਿਵਿਜ਼ਨ ਕਰਨੀ ਹੈ ਨਕਸ਼ੇ ਦੇ ਵਿੱਚ। ਤੇ ਉਹਦੇ ਲਈ ਕੀ ਕੁਝ ਹੋਏਗਾ, the survey will be carried out on whichever of the system prescribed in chapter 6 and 10। ਕਿਹੜਾ ਸਰਵੇ ਹੋਣਾ ਹੈ ਉਹ ਡਿਸਾਈਡ ਹੋ ਜਾਏਗਾ। whether any of the existing copies of the settlement map shall be utilized for the work in the field or whether the copy shall be specially made for this purpose। ਕੀ ਜਿਹੜੀਆਂ ਕਾਪੀਆਂ ਪਹਿਲਾਂ ਆਲਰੇਡੀ ਹੈਗੀਆਂ ਨੇ ਵੀ ਉਹਨਾਂ ਦਾ ਕੰਮ ਚੱਲਦਾ ਹੈ, ਪਰ ਦੇਖੋ ਪੁਰਾਣੇ ਸੈਟਲਮੈਂਟ ਦੇ ਜਿਹੜੇ ਨਕਸ਼ੇ ਹੁੰਦੇ ਨੇ ਉਹ ਬਹੁਤ ਪੁਰਾਣੇ ਹੋ ਚੁੱਕੇ ਹੁੰਦੇ ਆ, ਇਸ ਕਰਕੇ ਉਹਨਾਂ ਤੋਂ ਕੰਮ ਉਹਨਾਂ ਦੀ ਹੈਲਪ ਤਾਂ ਲਈ ਜਾ ਸਕਦੀ ਹੈ ਪਰ ਉਹਨਾਂ ਤੋਂ ਕੰਮ ਨਹੀਂ ਪ੍ਰੋਪਰ ਲਿਆ ਜਾ ਸਕਦਾ। ਇਸ ਕਰਕੇ ਉਹਦੀਆਂ ਹੋਰ ਕੁਝ ਕਾਪੀ ਤਿਆਰ ਕਰਨੀਆਂ ਪੈਂਦੀਆਂ ਨੇ। ਤਾਂ ਤਹਿਸੀਲ ਕਾਪੀ ਪਾਰਟ ਤਹਿਸੀਲ ਆਫ ਦਾ ਸੈਟਲਮੈਂਟ ਸਜਰਾ ਕੀ ਕਿਹਾ ਗਿਆ ਇਹਦੇ ਵਿੱਚ, whether a copy shall be specially made for this purpose, existing copies which have in some settlement been utilized। ਜਿਹੜੀਆਂ ਪਹਿਲਾਂ ਕਾਪੀਆਂ ਕਿਹੜੀਆਂ, ਇੱਕ ਤਹਿਸੀਲ ਦੀ ਕਾਪੀ ਹੁੰਦੀ ਹੈ, ਇੱਕ ਪਟਵਾਰੀ ਕੋਲ ਲੱਠਾ ਹੁੰਦਾ ਹੈਗਾ। ਠੀਕ ਹੈ, ਦੋਹਾਂ ਦੀ ਹੈਲਪ ਦੇ ਨਾਲ ਅਸੀਂ ਹੋਰ ਕਾਪੀਆਂ ਤਿਆਰ ਕਰ ਸਕਦੇ ਹੁੰਦੇ ਹਾਂ। ਫਰੈਸ਼ ਕਾਪੀ ਤਿਆਰ ਕਰਕੇ ਜਿਹੜੀ ਕਰੈਕਸ਼ਨ ਹੈ ਉਹ ਕੀਤੀ ਜਾਂਦੀ ਹੈ। ਪੁਰਾਣੀਆਂ ਕਾਪੀਆਂ ਦੇ ਵਿੱਚ ਜਿਹੜੀ ਹੈਗੀ ਆ ਉਹਦੇ 'ਚ ਅਸੀਂ ਕੋਈ ਚੇਂਜ ਵਗੈਰਾ ਨਹੀਂ ਕਰਦੇ। ਤਾਂ ਫਾਰਮੈਲਿਟੀ ਸਮਟਾਈਮਸ
on the cloth, sometimes on the paper, ਜਿਹੜੀ ਤਸਵੀਰ ਹੁੰਦੀ ਆ ਪੇਪਰਾਂ ਤੇ ਹੁੰਦੀ ਆ, ਪਟਵਾਰੀ ਕੋਲੇ ਲੱਠੇ ਤੇ ਹੁੰਦੀ ਬਣੀ ਹੈ, sometimes on the mapping sheets ਤੇ ਉੱਪਰ ਵੀ ਬਣੀਆਂ ਹੁੰਦੀਆਂ ਨੇ, ਠੀਕ ਹੈ। and it is generally soiled, scratched or torn, ਫਟੀਆਂ ਫੁੱਟ ਚੁੱਕੀਆਂ ਹੁੰਦੀਆਂ। ਪਟਵਾਰੀ ਗਰਦਾਵਰੀ ਲੱਠਾ ਕਾਪੀਜ਼ ਐਜ਼ ਅ ਰੂਲ, ਇਹ ਠੀਕ ਹੈ। ਇਹ ਸਾਰਾ ਕੁਝ ਹੈਗਾ ਵੀ ਕੁਝ ਫਟੀਆਂ ਹੁੰਦੀਆਂ ਨੇ, ਕੁਝ ਪੁਰਾਣੀਆਂ ਹੁੰਦੀਆਂ ਨੇ, ਕੁਝ ਕਿਸ ਤਰ੍ਹਾਂ ਹੁੰਦੀਆਂ ਨੇ। ਇਹਦੇ ਤੋਂ ਫਿਰ ਜਿਹੜੀਆਂ ਹੈਗੀਆਂ ਨੇ ਕੁਝ ਨਵੀਆਂ ਕਾਪੀਆਂ ਤਿਆਰ ਕਰ ਲਈਆਂ ਜਾਂਦੀਆਂ ਨੇ ਪੁਰਾਣੇ ਰਿਕਾਰਡ ਤੋਂ, ਜੇ ਅਸੀਂ ਕਰੈਕਸ਼ਨ ਕਰਨੀ ਹੈ ਤਾਂ ਨਵੀਆਂ ਕਾਪੀਆਂ ਤਿਆਰ ਕਰ ਲਈਆਂ ਜਾਂਦੀਆਂ ਨੇ ਤੇ ਉਹਦੇ ਉੱਪਰ ਫਿਰ ਜਿਹੜੀ ਹੈਗੀਆਂ ਨੇ ਕਰੈਕਸ਼ਨ ਕਰਕੇ ਨਵੇਂ ਫੀਲਡ ਤਿਆਰ ਕੀਤੇ ਜਾਂਦੇ ਨੇ। The copies of the settlement map made for the field use may be either, ਕਿਹੜੀ ਕਾਪੀ ਤਿਆਰ ਕੀਤੀ ਜਾ ਸਕਦੀ ਹੈ ਇਸ ਕੰਮ ਦੇ ਲਈ, traced on the tracing cloth, which may be either one large roll or sheet, traced on the tracing cloth ਦੇ ਉੱਪਰ ਵੀ ਕਾਪੀ ਤਿਆਰ ਕੀਤੀ ਜਾ ਸਕਦੀ ਹੈ। traced on the cloth ਜਿਹਨੂੰ ਅਸੀਂ ਲੱਠਾ ਕਹਿੰਦੇ ਆ, ਲੱਠੇ ਉੱਪਰ ਵੀ ਕਾਪੀ ਤਿਆਰ ਕੀਤੀ ਜਾ ਸਕਦੀ ਹੈ। traced on the mapping sheet ਤੇ ਵੀ ਬਣਾਈ ਜਾ ਸਕਦੀ ਹੈ, ਠੀਕ ਹੈ। ਤੇ transferred to mapping sheets by black or blue carbon paper, black or blue carbon paper ਥੱਲੇ ਰੱਖ ਕੇ ਵੀ ਕਾਪੀ ਤਿਆਰ ਕਰੀ ਜਾ ਸਕਦੀ ਹੈ। transfer to mapping sheets by means of an intermediate tracing, ਮਤਲਬ ਕਿ ਇਸ ਤਰੀਕੇ ਦੇ ਜਿਹੜੇ ਸਾਡੇ ਮੈਪ ਹੈਗੇ ਕੁਝ ਬਣਾਏ ਜਾ ਸਕਦੇ ਆ ਕਰੈਕਸ਼ਨ ਦੇ ਕਰਨ ਦੇ ਮਕਸਦ ਦੇ ਲਈ ਪੁਰਾਣੇ ਰਿਕਾਰਡ ਦੀ ਹੈਲਪ ਦੇ ਨਾਲ। पैरा 12 एज की क्या गया, आफ्टर द खतौनीज हैव बीन prepared or if they are dispensed with as soon as he is supplied with a trace of the settlement field map, the pਟਵਾਰੀ proceed to the work of the correction। the ਪਟਵਾਰੀ ਹੁਣ ਕੀ ਕਰੇਗਾ, ਆਪਣਾ ਜਿਹੜਾ ਕੰਮ ਸਟਾਰਟ ਕਰੇਗਾ ਕਰੈਕਸ਼ਨ ਦਾ। he will have with him ਕੀ ਕੁਝ ਰੱਖੇਗਾ ਆਪਣੇ ਕੋਲੇ ਉਹ, the copy of the former map which has been supplied to him for the field work, ਠੀਕ ਹੈ ਜੀ। ਜਿਹੜੀ ਉਸ ਨੂੰ ਫੀਲਡ ਵਰਕ ਦੇ ਲਈ ਕਾਪੀ ਦਿੱਤੀ ਗਈ ਹੈ ਉਹ ਆਪਣੇ ਨਾਲ ਰੱਖੇਗਾ ਤੇ ਨਾਲ ਹੀ ਕੀ ਹੈਗਾ, ਅ ਬੋਰਡ ਔਨ ਵਿਚ ਹੀ ਕੈਨ ਪਲੇਸ ਦਾ ਮੈਪ, ਇੱਕ ਹਾਰਡ ਬੋਰਡ ਰੱਖੇਗਾ ਆਪਣੇ ਕੋਲੇ ਜਿਹਦੇ ਉੱਪਰ ਨਕਸ਼ਾ ਰੱਖਿਆ ਜਾ ਸਕਦਾ ਹੋਵੇ। ਵੈਨ ਹੀ ਮੇਕਸ ਦਾ ਨੈਸੈਸਰੀ ਅਲਟਰੇਸ਼ਨਸ ਹਿਸ ਗਰਦਾਵਰੀ ਮੈਪ, ਹਿਸ ਗਰਦਾਵਰੀ ਆਪਦੀ ਗਰਦਾਵਰੀ ਉਹਦੇ ਕੋਲੇ ਹੋਏਗੀ ਉਸ ਵੇਲੇ ਜਦੋਂ ਪਿੰਡ 'ਚ ਜਾਣਾ ਉਸਨੇ। ਦਾ ਵਿਲੇਜ ਪੇਪਰਸ ਇਨਕਲੂਡਿੰਗ ਦਾ ਖਸਰਾ ਗਰਦਾਵਰੀ ਇਮੀਟੇਸ਼ਨਸ ਵਗੈਰਾ ਵਗੈਰਾ, ਠੀਕ ਹੈ। ਇਨ ਵਿਚ ਐਟ ਦਾ ਪ੍ਰੀਲਿਮਿਨਰੀ ਐਗਜ਼ਾਮੀਨੇਸ਼ਨ ਆਫ ਦਾ ਮੈਪ ਦਾ ਫੀਲਡ ਵਰਕ ਕਲਾਸੀਫਾਈਡ, ਗਰਦੌਰੀ ਰੱਖੇਗਾ। ਗਰਦੌਰੀ ਕਿਵੇਂ ਰੱਖੇਗਾ, ਕਾਹਦੇ ਲਈ ਰੱਖੇਗਾ, ਗਰਦੌਰੀ ਦੇ ਉੱਪਰ ਸਾਰੇ ਨੰਬਰਾਂ ਨੂੰ ਅਸੀਂ ਕਲਾਸੀਫਾਈ ਕੀਤਾ ਗਿਆ, A ਕਲਾਸ ਦੇ, B ਕਲਾਸ ਦੇ, C ਕਲਾਸ ਦੇ, D ਕਲਾਸ ਦੇ, ਠੀਕ ਹੈ। ਇਹ ਵੀ ਨਾਲ ਰੱਖੇਗਾ ਪਟਵਾਰੀ ਆਪਣੇ ਪਾਸ। ਇਸ ਕ੍ਰੋਸ ਸਟਾਫ ਚੇਨ ਐਂਡ ਫਲੈਗਸ, ਨਾਲ ਉਹਦੇ ਕੋਲ ਚੇਨ ਵਗੈਰਾ ਹੋਏਗੀ, ਨਾਲ ਫਲੈਗ ਝੰਡੀਆਂ ਵੀ ਹੋਣਗੀਆਂ। ਹੀ ਵਿਲ ਕਮੈਂਸ ਵਰਕ ਐਟ ਦਾ ਪੁਆਇੰਟ ਫਰੋਮ ਵਿਚ ਦਾ ਓਲਡ ਨੰਬਰਿੰਗ ਆਫ ਦਾ field commences whether it is the north। ਆਮ ਤੌਰ ਤੇ ਕੀ ਹੁੰਦੀ ਹੈ ਜਿਹੜੀ ਭਾਵੇਂ ਸ਼ੁਰੂ ਕੀਤੀ ਜਾਂਦੀ ਹੈ ਨਾਰਥ ਤੋਂ ਸ਼ੁਰੂ ਕੀਤੀ ਜਾਂਦੀ ਹੈ, ਨਾਰਥ ਵੈਸਟ ਤੋਂ, ਨਾਰਥ ਵੈਸਟ ਕਾਰਨਰ ਤੋਂ ਸਟਾਰਟ ਕਰਕੇ ਫਿਰ ਅਸੀਂ ਈਸਟ ਵੱਲ ਨੂੰ ਜਾਂਦੇ ਹਾਂ, ਫਿਰ ਈਸਟ ਤੋਂ ਮੁੜ ਕੇ ਫਿਰ ਅਸੀਂ ਵੈਸਟ ਵੱਲ ਨੂੰ ਆ ਜਾਂਦੇ ਹਾਂ, ਠੀਕ ਹੈ। ਨਾਰਥ ਤੋਂ ਲੈ ਕੇ ਅਸੀਂ ਥੱਲੇ ਸਾਊਥ ਤੱਕ ਚਲੇ ਜਾਂਦੇ ਹਾਂ ਮਿਹਨਤੀ ਕਰਦੇ ਕਰਦੇ। whether it is the north west corner of the village or not, and he will accept in the cases indicated below, take the fields in the order of that numbering, ਜਿਵੇਂ ਫੀਲਡ ਦੇ ਨੰਬਰਿੰਗ ਲੱਗੀ ਹੋਈ ਹੋਏਗੀ ਉਸ ਨੰਬਰਿੰਗ ਦੇ ਅਕੋਰਡਿੰਗ ਨੂੰ ਚੱਲਣਾ ਪਏਗਾ, ਠੀਕ ਹੈ, ਜਿਵੇਂ ਨਕਸ਼ੇ ਦੀ ਨੰਬਰਿੰਗ ਲੱਗੀ ਹੋਈ ਹੈ। ਬਟ in his own work he will give a new series of the numbers, ਠੀਕ ਹੈ। ਨਵਾਂ ਜਿਹੜਾ ਨਕਸ਼ਾ ਬਣੇਗਾ ਉਹਨੂੰ ਨਵੇਂ ਨੰਬਰਿੰਗ ਲੱਗਣਗੇ, ਜਿਹੜੇ ਪਾਰਟ 'ਚ ਨੰਬਰ ਟੁੱਟ ਕੇ 1 ਜਾਂ 2 ਬਣ ਗਏ, 1 ਨੰਬਰ ਦੇ 4 ਬਣ ਗਏ, ਉਹ ਫਿਰ ਸਾਰਿਆਂ ਨੂੰ ਨਵੀਂ ਨੰਬਰਿੰਗ ਖਸਰਾ ਲੱਗੇਗੀ, ਨਵੀਂ ਨੰਬਰ ਖਸਰਾ। ਜਿਵੇਂ ਮੰਨ ਲਓ 3-4 ਨੰਬਰ ਖਸਰਾ 4 ਤੇ 5 ਟੁੱਟ ਗਏ ਸੀਗੇ, ਉਹਦੇ ਟੁਕੜੇ ਬਣ ਕੇ 8 ਟੁਕੜੇ ਬਣ ਗਏ, ਤਾਂ ਉੱਥੇ ਉਹਨੂੰ 4 5 6 7 8 9 ਇਦਾਂ ਨੰਬਰਿੰਗ ਅੱਗੇ ਜਿਹੜੀ ਹੈਗੀ ਹੈ ਕੰਟੀਨਿਊ ਹੋ ਜਾਏਗੀ, ਇਨਕਰੀਜ਼ਿੰਗ ਹੋ ਜਾਏਗੀ। ਨਿਊ ਸੀਰੀਜ਼ ਆਫ ਦਾ ਨੰਬਰ ਟੂ ਦਾ ਫੀਲਡ, ਈਚ ਆਫ ਦਾ ਫੀਲਡ ਸ਼ੋਨ ਇਨ ਦਾ ਫੀਲਡ ਬੁੱਕ being given a separate number, ਫੀਲਡ ਬੁੱਕ ਨਵੀਂ ਬਣੇਗੀ ਨਾਲ ਮਤਲਬ ਕਹਿਣ ਦਾ ਭਾਵ ਹੈ ਵੀ ਜਿਹੜੇ ਨੰਬਰ A ਕਲਾਸ ਦੇ ਨੇ ਉਹਨੂੰ ਦੁਬਾਰਾ ਸਾਰਿਆਂ ਨੂੰ ਦੁਬਾਰਾ ਨੰਬਰਿੰਗ ਦਿੱਤੀ ਜਾਊਗੀ, ਜਿੱਥੇ ਵਿੱਚ ਆ ਗਿਆ ਉਹ ਦੁਬਾਰਾ ਮੇਜਰਮੈਂਟ ਕਰਨ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ, separate number। and none being shown as ਸ਼ਿਕਤ
of a certain old number. That is the procedure of the go to column 1 of the conservatory in standing order number 22 will be followed. ਕੋਈ procedure ਦੱਸਿਆ ਗਿਆ ਹੈਗਾ standing 22 ਦੇ ਵਿੱਚ ਉਹ follow ਕਰਨਾ ਹੈਗਾ। ਕਹਿਣ ਦਾ ਮਤਲਬ ਇਹ ਹੈਗਾ ਜੀ ਜਦੋਂ ਨਵੀਂ ਕਰੈਕਸ਼ਨ ਹੋ ਰਹੀ ਹੈ ਤਾਂ ਜਿਹੜੇ ਨੰਬਰ ਸਾਡੇ A ਕਲਾਸ B ਕਲਾਸ ਦੇ ਹੈਗੇ ਨੇ ਜਾਂ ਸਾਡੇ C ਕਲਾਸ ਪਾਰਟੀਸ਼ਨ ਹੋ ਕੇ ਬਣ ਗਏ ਉਹਨਾਂ ਦੇ ਜਿੱਥੇ ਅਸੀਂ ਬਟੇ ਪਾਏ ਹੋਏ ਨੇ ਜਿਵੇਂ ਨੰਬਰ ਖਸਰਾ 4 ਸੀ 4/1 4/2 4/3 ਕੀਤੇ ਸੀਗੇ ਇਹ ਸਾਰੇ ਨੂੰ ਨਵੇਂ ਨੰਬਰ ਲੱਗ ਜਾਣਗੇ। ਨਵੇਂ ਨੰਬਰ ਲੱਗ ਕੇ ਜਿਹੜਾ ਨਵਾਂ ਲਕਸ਼ਾ ਹੈਗਾ ਉਹ ਤਿਆਰ ਹੋ ਜਾਏਗਾ। ਅੱਗੇ ਪੈਰਾ 14 ਹੈਗਾ ਇੰਪੋਰਟੈਂਟ ਹੈ। ਦਾ ਪਟਵਾਰੀ will work through the fields of the village in the above order and in regard to each field as he comes to it will first see how it has been classified in the preliminary examination. If it has been classed as A and he is satisfied by his eye that no alterations have been occurred since settlement, he will not measure the sides unless the order owner for the special reasons asks him to do so. ਜਿਵੇਂ A ਕੈਟਾਗਰੀ ਦੇ ਜਿਹੜੇ ਨੰਬਰ ਨੇ ਉਹਨੂੰ ਦੁਬਾਰਾ ਮਿਣਤੀ ਕਰਨ ਦੀ ਲੋੜ ਨਹੀਂ। ਜਦੋਂ ਕਿ ਕੋਈ ਜਿਹੜਾ ਓਨਰ ਹੈਗਾ ਮਾਲਕ ਹੈ ਉਹ ਸਪੈਸ਼ਲੀ ਤੌਰ ਤੇ ਕੋਈ ਰੀਜ਼ਨ ਦੱਸਦੇ ਹੋਏ ਇਹ ਨਾ ਕਹੇ ਵੀ ਦੁਬਾਰਾ ਮਿਣਤੀ ਕਰੋ ਜੀ ਤਾਂ ਕੀਤੀ ਜਾ ਸਕਦੀ ਹੈ ਪਰ ਅਦਰਵਾਈਜ਼ ਜ਼ਰੂਰਤ ਨਹੀਂ ਹੈ। asks him to do so but will repeat in the map the previous ਕੁਰੂਕਾਂ ਜੋ ਪਿਛਲੇ ਨਕਸ਼ੇ 'ਚ ਕਰਮਾਂ ਲਿਖੀਆਂ ਹੋਈਆਂ ਨੇ ਉਹੀ ਜਿਹੜਾ ਨਵਾਂ ਨਕਸ਼ਾ ਬਣ ਰਿਹਾ ਹੈ ਉਹਦੇ 'ਚ ਉਹੀ ਕਰਮਾਂ दर्ज कर देते जाएंगियां एंड विल एंटर इन द फील्ड बुक। इस तरह फील्ड बुक बन जाएगी द ओल्ड एरिया विद द वर्ड बदस्तूर मतलब कि ये लिखा जाएगा भी जो पिछला एरिया हैगा वही है कोई देयर इज नो चेंज इन प्लेस ऑफ द डिटेल्स ऑफ द एरिया कैलकुलेशंस। दोबारा मतलब कि कैलकुलेशन करने की लोड़ नहीं करू करवा दोबारा लिखने की लोड़ नहीं हैगी रकवा करने की लोड़ नहीं हैगी ते बदस्तूर लिख के सारा जा सकता हैगा भी जो पिछला हैगा वही ठीक हैगा। इफ द फील्ड has been classed as B category ਜਿੱਥੇ B ਕੈਟਾਗਰੀ ਦੇ ਫੀਲਡ ਆ ਜਾਂਦੇ ਨੇ। B ਕੈਟਾਗਰੀ ਕਿਹੜੇ ਫੀਲਡ ਸੀਗੇ ਜਿੱਥੇ ਜਿਹੜੇ 2 ਨੰਬਰ ਖਸਰਾ 3 ਨੰਬਰ ਖਸਰਾ ਆਪਸ ਵਿੱਚ ਮਿਲ ਗਏ ਸੀਗੇ ਜਿਨ੍ਹਾਂ ਦੀਆਂ ਕਲੱਬ ਹੋ ਚੁੱਕੇ ਸੀਗੇ। has to be clubbed with others B ਕੈਟਾਗਰੀ ਦੇ ਨੰਬਰ ਕੋਈ ਆ ਜਾਵੇ ਵਿੱਚ ਤਾਂ ਕੀ ਕਰੇਗਾ ਉਹ but is otherwise unchanged he will similarly repeat in the map the previous karukan eliminating the fractions if any by taking the nearest whole number। यानी कि जे नंबर खसरा 4 ਤੇ 5 ਆਪਸ ਦੇ ਵਿੱਚ ਮਿਲ ਗਏ ਠੀਕ ਹੈ ਉਹਨਾਂ ਦੋਹਾਂ ਦਾ ਨੰਬਰ ਖਸਰਾ 1 ਬਣਿਆ ਹੋਇਆ ਮੌਕੇ ਤੇ ਤਾਂ ਉਹਨਾਂ ਦੇ ਦੋਹਾਂ ਦੀਆਂ ਜਿਹੜੀਆਂ ਵਾਹੀਆਂ ਹੈਗੀਆਂ ਨੇ ਮੰਨ ਲਓ ਉਹਦੀ ਜਿਹੜੀ ਇੰਟਰਨਲ ਵਾਹੀ ਹੈ ਉਹ ਖਤਮ ਹੋ ਗਈ ਖੇਤ 1 ਬਣ ਗਿਆ ਤਾਂ ਅਸੀਂ ਇੰਟਰਨਲ ਵਾਹੀ ਨੂੰ ਛੱਡ ਦਾਂਗੇ ਜਿਹੜੀਆਂ ਉੱਪਰਲੀਆਂ ਵਾਹੀਆਂ ਨੇ ਜਿਵੇਂ ਨਾਰਥ ਸਾਈਡ ਦੀਆਂ ਕਿੰਨੀਆਂ ਵਾਹੀਆਂ ਸੀ 40 ਸੀ ਮੰਨ ਲਓ 80 ਸੀਗੀਆਂ ਤਾਂ 80 ਦੇ ਹਿਸਾਬ ਨਾਲ ਤੁਸੀਂ ਜਿਹੜਾ ਉਹ ਖੇਤ ਹੈ ਜਿਹੜਾ ਦੁਬਾਰਾ ਮੇਜਰਮੈਂਟ ਕਰਨ ਦੀ ਵੀ ਲੋੜ ਨਹੀਂ ਹੈਗੀ। ਉਹਦੀਆਂ ਜਿਹੜੀਆਂ ਮਿਣਤੀਆਂ ਨੇ ਜੇ 2 ਖੇਤ ਆਪਸ ਵਿੱਚ ਰਲ ਗਏ ਤਾਂ ਉਹਨਾਂ ਦੀ ਜਿਹੜੀ ਮੇਜਰਮੈਂਟ ਬਣ ਕੇ 1 ਖੇਤ ਬਣ ਜਾਂਦਾ। 1 ਖੇਤ ਦੇ ਮੁਤਾਬਕ ਜਿਹੜੀਆਂ ਉਹਦੀਆਂ ਹੈਗੀਆਂ ਦਿਸ਼ਾਵਾਂ ਅਸੀਂ ਨੋਟ ਕਰ ਲਾਂਗੇ ਆਪਦੇ ਨਕਸ਼ੇ ਦੇ ਵਿੱਚ ਉਹਦੇ ਮੁਤਾਬਕ ਇਹਦਾ ਜਿਹੜਾ ਰਕਬਾ ਹੈਗਾ ਦੋਹਾਂ ਦਾ ਜੋੜ ਕੇ ਰਕਬਾ ਲਿਖ ਦਿੱਤਾ ਜਾਏਗਾ ਪ੍ਰੀਵੀਅਸ ਕਰਵਾ ਵਿਦਆਊਟ ਰੀਚੇਨਿੰਗ ਦੁਬਾਰਾ ਮਿਣਤੀ ਕਰਨ ਦੀ ਲੋੜ ਨਹੀਂ ਇਸੇ ਨੰਬਰ ਨੂੰ। ਵਾਈਲ ਇਨ ਦਾ ਏਰੀਆ ਕਾਲਮ ਹੀ ਵਿਲ ਸ਼ੋ ਦਾ ਓਲਡ ਏਰੀਆ of each old field number treating it to be it as if it were a gosha of the new one। मतलब कि गोशा बना के एक कह सकते हैं भी दोहां दा रकबा जोड़ के रकबा लिखा जाएगा। दो इट विल नॉट बी मार्क्ड बाय ए डॉटर लाइन मार्क नहीं करनी हैगी गोशे की तरह लाइन खत्म होगी विचों नंबर खसा 1 बन गया दोहां जोड़ के। द मैप ही विल टोटल दीज एरिया दोहां दा जो रकबा जोड़ा जाएगा इन ऑर्डर टू गेट द एरिया ऑफ द न्यू फील्ड नंबर दोहां दा जोड़ के रकबा जिहड़ा हैगा स्पेशल केसेस फॉर एग्जांपल वेयर द एक्सट्रैक्शंस ऑफ द एरिया एट द प्रीवियस सेटलमेंट इज known to have been seriously defective। A and B fields shall be taken out afresh। A and B ਦੇ ਫੀਲਡ ਮੰਨ ਲਓ ਮਿਲੇ ਇਦਾਂ ਇਸ ਤਰੀਕੇ ਨਾਲ ਮਿਲੇ ਜਾਣਗੇ A ਦੇ ਤਾਂ ਮਿਲੇ ਨਹੀਂ ਜਾਣਗੇ B ਦੇ ਵੀ ਨਹੀਂ ਮਿਲੇ ਜਾਣਗੇ ठीक है। if the field is classified as C or D that is has been divided up ਜਿਹੜਾ C ਹੈ C ਚ ਪਾਰਟੀਸ਼ਨ ਹੋ ਚੁੱਕੀਆਂ ਨੇ ਤੇ D ਦੇ ਵਿੱਚ ਬਾਉਂਡਰੀਜ਼ ਐਲੀਮੀਨੇਟ ਹੋ ਚੁੱਕੀਆਂ ਨੇ or as its boundaries altered and it is necessary to remeasure
और ए पोर्शन ऑफ इट, ਦੁਆਰਾ ਪੂਰਾ ਵੀ ਮੰਨਿਆ ਜਾ ਸਕਦਾ ਹੈ, ਉਹਦਾ ਕੋਈ ਪੋਰਸ਼ਨ ਮਿਲ ਕੇ ਵੀ ਸਾਰਿਆ ਜਾ ਸਕਦਾ ਹੈ। ਤਾਂ ਪਟਵਾਰੀ should proceed as directed in the measurement manual that it is he should find 2 or 3 fixed points on the boundary, ठीक है, of the field or of the neighboring fields which are correctly shown in the old map। ਪਿਛਲੇ ਮੈਪ ਦੇ ਮੁਤਾਬਕ ਉਹਦੀ ਹੈਲਪ ਦੇ ਨਾਲ ਜਿਹੜੇ ਹੈਗਾ ਉਸ ਖੇਤਾਂ ਨੂੰ ਦੁਬਾਰਾ ਮਿਲ ਕੇ change the distance between them, fix the corner of the new fields, the map of the cross staff if necessary, and draw them in the map of the scale with pencil। The new Kurukon will be entered in the map and the area will be taken out by the Patwari in the field book on the system। यानी कि देखो lambent or diagonal or the perpendicular भी चेक करे जाएंगे on which area were taken out when the original map and the area will be taken out by the Patwari in the field book on the system on which area were taken out when the original map was made। When the area is calculated by the diagonal and the perpendiculars, those should be changed on the spot। क्योंकि perpendicular भी चेक नहीं है कि perpendicular ਦੇ basis ਤੇ ਏਰੀਆ ਕੱਢ ਰਹੇ ਹੈਗੇ ਆ ਤਾਂ ਅਸੀਂ perpendicular ਵੀ ਮੌਕੇ ਤੇ ਚੈੱਕ ਕਰਾਂਗੇ, ਠੀਕ ਹੈ। ਇਸ ਤਰੀਕੇ ਕਿਹਾ ਗਿਆ ਹੈਗਾ ਵੀ ਜਿਹੜੇ ਕਲਾਸ ਡੀ ਦੇ ਕਲਾਸ ਜਿਹੜੇ ਸੀ ਤੇ ਕਲਾਸ ਡੀ ਦੇ ਜਿਹੜੇ ਨੰਬਰ ਖਸਰਾ ਹੈਗੇ ਆ ਉਹਨਾਂ ਨੂੰ ਅਸੀਂ ਮਤਲਬ ਕਿ ਜਰੀਬ ਦੀ ਸਹਾਇਤਾ ਦੇ ਨਾਲ ਦੁਬਾਰਾ ਮਿਲ ਕੇ ਉਹਦੀ ਜਿਹੜੀ ਫੀਲਡ ਬੁੱਕ ਬਣਾਈ ਜਾਏਗੀ ਮੌਕੇ ਤੇ ਨਕਸ਼ਾ ਵੀ ਤਿਆਰ ਕੀਤਾ ਜਾਏਗਾ। The procedure for measuring the fields classed as C may sometimes have to be adopted in regard to those class A, B, for example, in each case whether the fields A, B or C or D, the new class of soil has to be entered। ਜਿਹੜੀ ਫਸਲ ਦੀ ਜਿਹੜੀ ਰਕਬਾ ਹੈਗਾ ਰਕਬੇ ਦੀ ਕਲਾਸ ਵੀ ਚੇਂਜ ਹੋ ਸਕਦੀ ਹੈ। ਕਈ ਵਾਰੀ ਉਹ ਨੰਬਰ ਖਸਰਾ ਜਿਹੜਾ ਹੈਗਾ ਸੀ ਪੁਰਾਣੀ ਪਿਆ ਸੀ, ਬਾਅਦ ਚ ਉਹਦੀ ਟੁਕੜੇ ਟੁਕੜੇ ਬਣ ਕੇ ਉਹ ਸਰਕਾਰ ਨੇ ਕਿਸੇ ਲੋਕਾਂ ਨੂੰ ਵੰਡ ਦਿੱਤਾ, ਫਿਰ ਉਹ ਵਾਹੀਯੋਗ ਹੋ ਗਿਆ। ਤਾਂ ਜਿਹੜੀ ਮੌਕੇ ਦੀ ਜਿਹੜੀ ਹੈਗੀ ਹੈ ਖੇਤੀ ਦਾ ਜਿਹੜਾ ਬਰਾਨੀ ਹੈ ਚਾਹੀ ਹੈ ਨਹਿਰੀ ਇਹ ਲਿਖਿਆ ਜਾ ਸਕਦਾ ਹੈ। In each case also the Patwari will enter up the new field number in pencil in the map and enter the field in the Khatoni and ਜ਼ਿਮੀਂਦਾਰ ਪਰਚਾ nothing in ਫਿਰ ਖਤੌਨੀ ਪੈਚ ਬਣ ਜਾਂਦੀ ਹੈ, ਫਿਰ ਫੀਲਡ ਬੁੱਕ ਬਣ ਜਾਂਦੀ ਹੈ। with the checking of the field Patwari old field boundary no longer ਚਲੋ ਵੀ ਚਲੋ ਇੱਦਾਂ ਦੇਖੋ ਮੇਜਰਮੈਂਟ ਕਰਕੇ ਤੁਹਾਡਾ ਨਕਸ਼ਾ ਬਣ ਗਿਆ ਸਾਰਾ। ਉਹ ਨਕਸ਼ਾ ਬਣਨ ਦੇ ਬਾਅਦ ਫਿਰ ਉਹਦੀ ਰੰਗਸਾਜੀ ਹੋ ਜਾਂਦੀ ਹੈ, ਠੀਕ ਹੈ। ਫਰਦ ਰੰਗਸਾਜੀ ਕਿਹਾ ਜਾਂਦਾ ਇਸ ਨੂੰ। ਇਹਦਾ ਵੀ ਇਹ ਕਾਲਮ ਜਿਹਾ ਬਣਾ ਕੇ ਦਿਖਾਏ ਗਏ ਨੇ ਕਿੰਨਾ ਰਕਮ ਸਾਡਾ ਕਿਹੜੀ ਉਸ 'ਚ ਆਉਂਦਾ ਹੈ, ਬੰਜਰ ਦੀ ਕਿੰਨਾ ਰਕਮ ਆਉਂਦਾ ਹੈ, ਕਲਟੀਵੇਟਰ ਏਰੀਆ ਕਿੰਨਾ ਆਉਂਦਾ ਹੈ, ਬੰਜਰ ਦੀ ਕਿੰਨਾ ਆਉਂਦਾ ਹੈ। ਚਲੋ ਨਕਸ਼ਾ ਜਦੋਂ ਬਣ ਜਾਂਦਾ ਫਿਰ ਉਹਦੇ ਨਕਸ਼ਾ ਆਲਾਮਾਤ ਬਣ ਜਾਂਦਾ, ਉੱਪਰ ਨਿਸ਼ਾਨੀਆਂ ਦਰਸਾਈਆਂ ਜਾਂਦੀਆਂ ਨੇ ਕਿ ਕਿਹੜੀ ਕਿਹੜੀ ਚੀਜ਼ ਨੂੰ ਅਸੀਂ ਨਹਿਰਾਂ ਨੂੰ ਕਾਹਦੇ ਨਾਲ ਦਿਖਾਇਆ ਗਿਆ, ਪੰਚਾਇਤੀ ਜ਼ਮੀਨ ਕਿਵੇਂ ਦਿਖਾਈ ਹੈ, ਕਿਹੜਾ ਕਲਰ ਭਰਿਆ ਗਿਆ, ਠੀਕ ਹੈ ਜੀ। ਇਸ ਤਰੀਕੇ ਸਾਡੀਆਂ ਜਿਹੜੀਆਂ ਕੁਝ ਮਸਾਵੀਆਂ ਬਣ ਜਾਂਦੀਆਂ ਨੇ, ਮਸਾਵੀਆਂ ਦੇ ਨੰਬਰਿੰਗ ਲੱਗ ਜਾਂਦੀ ਹੈ। ਕਈ ਇਹ ਜ਼ਰੂਰੀ ਨਹੀਂ ਵੀ ਇਕੱਲਾ ਇੱਕੋ ਲੱਠਾ ਬਣਾਇਆ ਗਿਆ ਹੋਵੇ, ਜਿਹੜੇ ਅਸੀਂ ਨਾਲ ਨਾਲ ਟ੍ਰੇਸਿੰਗ ਸ਼ੀਟ ਤੇ ਬਣਾਉਂਦੇ ਹਾਂ ਤਾਂ ਉਹ ਮਸਾਵੀਆਂ ਬਣ ਜਾਂਦੀਆਂ ਨੇ ਤੇ ਲੱਠਾ ਜਿਹੜਾ ਇੱਕੋ ਬਣ ਜਾਂਦਾ ਹੈਗਾ। ਮਸਾਵੀਆਂ ਦੀ ਗਿਣਤੀ ਕਈ ਵੀ ਹੋ ਸਕਦੀ ਹੈ, A1, A2, A3, A4 ਵਗੈਰਾ ਹੋ ਸਕਦਾ, ਫਿਰ ਉਹਦੇ ਉੱਪਰ ਇੱਕ ਵੱਖਰੇ ਤੌਰ ਤੇ ਜਿਹੜਾ ਇੰਡੈਕਸ ਲੱਗ ਜਾਂਦਾ ਹੈ। ਜਨਰਲ ਰੂਲ ਕੀ ਕਿਹਾ ਗਿਆ ਦੇਖੋ, ਆਰਡਰਲੀ ਐਂਡ ਇਰੀਗੇਟਡ ਖਸਰਾ ਨੰਬਰ ਜਿਹੜੇ ਖੇਤਾਂ ਨੂੰ ਪਾਣੀ ਲੱਗਦਾ ਹੈ should not be more than 3 ਕੱਚਾ ਬਿੱਗਾ in area। ਕੱਚਾ ਬਿੱਗਾ 3 ਬਿੱਗੇ ਤੋਂ ਜਿਵੇਂ ਕਿ ਜਿਹੜਾ ਨੰਬਰ ਹੈਗਾ ਉਹ ਕਹਿੰਦੇ ਜ਼ਿਆਦਾ ਨਹੀਂ ਹੋਣਾ ਚਾਹੀਦਾ ਜਿੱਥੇ ਪਾਣੀ ਲੱਗਦਾ ਹੋਵੇ in area ਔਰ 5 ਕਨਾਲ ਐਂਡ ਇਹ ਪੁਰਾਣੀ ਖਸਰਾ ਨੰਬਰ। ਇਹ ਪੁਰਾਣੀ ਗੱਲ ਕੀਤੀ ਗਈ, ਦੇਖੋ ਹੁਣ ਸਾਰਾ ਸਿਸਟਮ ਬਦਲ ਗਿਆ, ਹੁਣ ਤਾਂ 8 ਕਨਾਲ ਦੇ ਨੰਬਰ ਨੇ, ਠੀਕ ਹੈ ਜੀ, ਜਾਂ ਪੌਣੇ 5 ਬਿੱਗੇ ਦੇ ਨੰਬਰ ਨੇ, ਜਾਂ 6.25 ਬਿੱਗੇ ਦੇ ਨੰਬਰ ਨੇ, 4 ਬਿੱਗੇ ਦੇ ਨੰਬਰ ਵੀ ਹੈਗੇ ਆ। ਪੁਰਾਣੀ ਖਸਰਾ ਨੰਬਰ should not be greater than 10 ਕੱਚਾ ਬਿੱਗਾ। ਜਿਹੜੇ ਪੁਰਾਣੀ ਨੰਬਰ ਨੇ ਕਿਉਂਕਿ ਉਹਨਾਂ ਨੂੰ ਪਾਣੀ ਨਹੀਂ ਲੱਗਦਾ ਇਸ ਕਰਕੇ ਵੱਟਾਂ ਵੁੱਟਾਂ ਜ਼ਿਆਦਾ ਪਾਉਣ ਦੀ ਵਿਚਕਾਰ ਲੋੜ ਨਹੀਂ ਹੁੰਦੀ। ਜਿਹੜੇ ਇਰੀਗੇਸ਼ਨ ਨੰਬਰ ਨੇ ਜਿਹਨੂੰ ਪਾਣੀ ਲੱਗਦਾ ਉੱਥੇ ਵੱਟਾਂ ਵਿਚਕਾਰ ਪਾਣੀ ਪੈਂਦੇ ਤਾਂ ਕਿ ਪਾਣੀ ਜਿਹੜਾ ਹੈਗਾ ਪ੍ਰੋਪਰ ਤਰੀਕੇ ਨਾਲ ਦਿਆ ਜਾ ਸਕੇ। ਇਸੇ ਕਰਕੇ ਕਿਹਾ ਵੀ ਜੇ ਜਿੱਥੇ ਪਾਣੀ ਲੱਗਦਾ ਉੱਥੇ ਖੇਤ ਜਿਹੜੇ ਹੈਗੇ ਨੇ ਉਹ 3 ਬਿੱਗੇ ਦੇ ਹੋਣੇ ਚਾਹੀਦੇ ਨੇ,
ਜਿੱਥੇ ਪਾਣੀ ਨਹੀਂ ਲੱਗਦਾ ਉੱਥੇ ਜਿਹੜੇ ਖੇਤ ਨੇ 10 ਵਿਗੇ ਦੇ ਹੋਣੇ ਚਾਹੀਦੇ ਨੇ। ਇਹ ਗੱਲ ਨਹੀਂ ਹੁਣ ਇਸ ਵੇਲੇ ਮੈਚ ਕਰਦੀ। The field cargo who will ordinarily have not more than 4 patawaris under him when all are engaged on the map corrections should each patwari ਨਾਲ ਕਾਨੂੰਗੋ ਵੱਲੋਂ ਵੱਲੋਂ ਪੜਤਾਲ ਕੀਤੀ ਜਾਂਦੀ ਹੈ ਤੇ ਨਾਲ ਹੀ ਰੈਵਨਿਊ ਆਫੀਸਰ ਵੱਲੋਂ ਨੈਬ ਸਿੱਧਾ ਵੱਲੋਂ ਪੜਤਾਲ ਕੀਤੀ ਜਾਂਦੀ ਹੈ। ਤਾਂ ਨੈਬ ਸਿੱਧਾ ਸ਼ੁੱਡ ਇੰਸਪੈਕਟ ਈਚ ਆਫ ਦਾ ਪਟਵਾਰੀ ਐਟ ਲੀਸਟ ਵਾਂਸ ਏ ਮੰਥ, ਮਹੀਨੇ 'ਚ ਘੱਟੋ ਘੱਟ ਇੱਕ ਵਾਰੀ ਨੈਬ ਸਿੱਧਾ ਨੂੰ ਵੀ ਜਾਣਾ ਚਾਹੀਦਾ ਹੈ। ਮੌਕਾ ਦੇਖ ਕੇ ਜਿਹੜਾ ਰਿਕਾਰਡ ਹੈ ਚੈੱਕ ਕਰਨਾ ਚਾਹੀਦਾ ਹੈ। ਜਿਹੜੀ ਮਿਣਤੀ ਹੈਗੀ ਉਹ ਚੈੱਕ ਕਰਨੀ ਚਾਹੀਦੀ। ਇਸੇ ਤਰੀਕੇ ਦਾ ਡਿਊਟੀ ਆਫ ਦਾ ਤਹਿਸੀਲਦਾਰ ਇਜ਼ ਟੂ ਸੈਟੀਸਫਾਈ ਹਿਮਸੈਲਫ that the check applied by the NABSIL are sufficient and that the work in general is progress properly, ਜਿਹੜਾ ਕੰਮ ਹੈ ਪ੍ਰੋਪਰ ਤਰੀਕੇ ਨਾਲ ਚੱਲ ਰਿਹਾ ਕਿ ਨਹੀਂ ਚੱਲ ਰਿਹਾ। ਫਿਰ ਅੱਗੇ ਦੱਸਿਆ ਗਿਆ ਵੀ ਜਿਹਦੀ ਆਊਟਰੇਜ ਐਵਰੇਜ ਆਊਟਰਮ ਸ਼ੁੱਡ ਬੀ ਐਕਸਪੈਕਟਡ। ਇੱਕ ਸੈਟਲਮੈਂਟ ਆਫੀਸਰ ਵੱਲੋਂ ਇੱਕ ਐਵਰੇਜ ਨਿਕਾਲੀ ਜਾਂਦੀ ਹੈ ਵੀ ਕਿੰਨੇ ਵਿਅਕਤੀ ਨੇ ਇੱਕ ਚੇਨ ਦੇ ਇੱਕ ਜਰੀਬ ਦੇ ਮਗਰ ਇੱਕ ਦਿਨ 'ਚ ਕਿੰਨਾ ਕੰਮ ਹੋਣਾ ਚਾਹੀਦਾ ਹੈ ਤੇ 2 ਜਰੀਬਾਂ 'ਚ ਲਗਾਤਾਰ ਚੱਲ ਰਹੀਆਂ ਨੇ ਤਾਂ ਕਿੰਨਾ ਕੰਮ ਹੋਣਾ ਚਾਹੀਦਾ ਹੈ। ਠੀਕ ਹੈ। 50 to 70 fields, 75 fields. A patwari after working for 3 months on map correction is able to turn out from 50 to 75 field numbers per working day. A patwari after working for the 3 months on the map correction is able to turn out from 50 to 75 field number per working day। ਇੱਕ ਨੰਬਰ ਇੱਕ ਦਿਨ ਦੇ ਵਿੱਚ ਜਾਣੀ ਕਿ 50 ਤੋਂ ਲੈ ਕੇ 75 ਨੰਬਰਾਂ ਤੱਕ ਦੀ ਜਿਹੜੀ ਹੈਗੀ ਹੈ ਕੰਮ ਕੀਤਾ ਜਾ ਸਕਦਾ ਹੈ। ਤਾਂ ਦਾ ਨੰਬਰ ਮਸਟ ਕੋਰਸ ਵੇਰੀ, ਚਲੋ ਵੇਰੀ ਕਰ ਸਕਦੇ ਨੇ ਨੰਬਰ ਦਾ ਸਾਰਾ। ਠੀਕ ਹੈ ਨਾ। ਇਹ ਐਵਰੇਜ ਦੀ ਗੱਲ ਕੀਤੀ ਗਈ ਹੈ ਵੀ ਕਿੰਨੀ ਕੁ ਐਵਰੇਜ ਹੋਣੀ ਚਾਹੀਦੀ ਹੈ, ਕਿੰਨੀ ਦੇਰ 'ਚ ਕੰਮ ਸਾਰਾ ਖਤਮ ਹੋਣਾ ਚਾਹੀਦਾ ਹੈ। ਤੇ ਦ ਸਟੈਂਡਰਡ ਆਫ ਆਊਟਰਮ ਪਰ ਪਟਵਾਰੀ ਪਰ ਡੀਐਮ ਇਨ ਮੈਪ ਕਰੈਕਸ਼ਨ ਫਿਕਸਡ ਬਾਈ ਦਾ ਸੈਟਲਮੈਂਟ ਆਫੀਸਰ ਸ਼ੁੱਡ ਆਫਟਰ ਅਪਰੂਵਲ ਬਾਈ ਦਾ ਕਮਿਸ਼ਨਰ ਬੀ ਕਮਿਊਨੀਕੇਟਡ ਟੂ ਦਾ ਫਾਈਨੈਂਸ਼ੀਅਲ ਕਮਿਸ਼ਨਰ। ਜੋ ਕੰਮ ਤਿਆਰ ਸ਼ੁਰੂ ਕੀਤਾ ਜਾਂਦਾ ਫਿਰ ਇਹਦੀ ਐਵਰੇਜ ਜਿਹੜੀ ਰੇਟ ਕੱਢ ਕੇ ਜਿਹੜੀ ਕਮਿਸ਼ਨਰ ਨੂੰ ਭੇਜੀ ਜਾਂਦੀ ਹੈ। ਦਿਸ ਸਟੈਂਡਰਡ ਵਿਲ ਬੀ ਯੂਜ਼ਡ ਐਜ਼ ਏ ਗਾਈਡ ਇਨ ਚੈਕਿੰਗ ਦਾ ਕੁਆਰਟਰਲੀ ਬਿਜ਼ਨਸ। ਤਾਂ ਇਸ ਸਟੈਂਡਰਡ ਦੇ ਮੁਤਾਬਕ ਜਿਹੜੀ ਐਵਰੇਜ ਕੱਢੀ ਜਾਂਦੀ ਹੈ ਵੀ ਕਿੰਨਾ ਕੰਮ ਕਿੰਨੇ ਦਿਨਾਂ 'ਚ ਕਿੰਨਾ ਕੰਮ ਹੋਣਾ ਚਾਹੀਦਾ ਹੈ। ਠੀਕ ਹੈ। ਇਹਦੇ ਮੁਤਾਬਕ ਜਿਹੜੀ ਚੈਕਿੰਗ ਉੱਚ ਅਧਿਕਾਰੀਆਂ ਵੱਲੋਂ ਕੀਤੀ ਜਾਂਦੀ ਹੈ। ਠੀਕ ਹੈ ਜੀ। ਇਹਦੇ ਨਾਲ ਤੁਹਾਡਾ ਜਿਹੜਾ ਇਹ ਸੈਟਲਮੈਂਟ ਮੈਨੂਅਲ ਹੈਗਾ ਇਹ ਖਤਮ ਹੋ ਜਾਂਦਾ ਹੈ। ਇਸ ਤੋਂ ਬਾਅਦ ਇਸ ਬੁੱਕ ਦੇ ਨਾਲ ਸੰਬੰਧਿਤ ਇਸ ਪੇਪਰ ਨਾਲ ਸੰਬੰਧਿਤ ਜਿਹੜਾ ਪੇਪਰ ਅਸੀਂ ਸਾਡਾ ਰਹਿ ਗਿਆ ਹੈਗਾ ਐਡਮਿਨਿਸਟ੍ਰੇਟਿਵ ਮੈਨੂਅਲ। ਅਗਲਾ ਸਾਡਾ ਲੈਕਚਰ ਇਹ ਪੇਪਰ ਨੰਬਰ 3 ਦਾ ਹੋਏਗਾ, ਐਡਮਿਨਿਸਟ੍ਰੇਟਿਵ ਮੈਨੂਅਲ ਹੋਏਗਾ। ਤੇ ਕਲਾਸ ਖਤਮ ਹੋਣ ਤੋਂ ਪਹਿਲਾਂ ਇਸ ਦਾ ਕੋਈ ਕੁਐਸਚਨ ਹੈ ਜੀ ਕਰ ਸਕਦਾ ਹੈ। ਪੇਪਰ ਦੇ ਵਿੱਚ ਇਹ ਜਿਹੜੀ ਅਪੈਂਡਿਕਸ 21 ਹੈਗੀ ਇਹਦੇ ਤੇ ਜਿਹੜਾ ਬੇਸ ਜਿਹੜਾ ਕੁਐਸਚਨ ਕਈ ਵਾਰੀ ਆ ਜਾਂਦਾ ਹੈ। ਇਸ ਕਰਕੇ ਦੁਬਾਰਾ ਇੱਕ ਵਾਰੀ ਪੜ੍ਹ ਲਿਓ। ਜੇ ਕੋਈ ਪ੍ਰੋਬਲਮ ਹੈ ਤਾਂ ਮੈਨੂੰ ਪੁੱਛ ਸਕਦੇ ਹੋ। ਐਨੀ ਕੁਐਸਚਨ ਜੀ? Okay. ਹਾਂਜੀ ਓਕੇ। ਕਲਾਸ ਇਜ਼ ਓਵਰ। ਥੈਂਕ ਯੂ ਵੈਰੀ ਮਚ। Thank you, sir.